144 है। हाँ जी 144 अंग हैगा जी 143 हैगा एक्चुअली। हाँ जी हाँ जी वीर जी। हाँ जी हाँ जी करिए जी। हाँ जी हाँ जी मैं कट ला जी। ਅਸੀਂ ਮਾਝ ਰਾਗ ਦੇ ਵਿੱਚ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਵਾਰ ਹੈਗੀ ਹੈ ਪਹਿਲੀ ਪਾਤਸ਼ਾਹੀ ਦੀ ਉਹਦੀ 12ਵੀਂ ਪੌੜੀ ਜਿਹੜੀ ਹੈਗੀ ਦੁਬਾਰਾ ਥੋੜ੍ਹਾ ਜਿਹਾ ਉਹਨੂੰ ਵਿਚਾਰਨਾ ਚਾਹੁੰਦੇ ਹਾਂ। ਹਾਂਜੀ ਵੀਰ। ਹਾਂਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ ਮੈਂ ਸ਼ੁਰੂ ਕਰਦਾ ਜੀ। ਹਾਂਜੀ ਸੰਗਤ ਜੀ ਜਰਾ ਮਤਲਬ ਧਿਆਨ ਦਿਓ ਜੀ। ਤੇ ਇਹਦੇ ਚ ਆਪਾਂ ਪਹਿਲਾਂ ਆ ਗਏ ਜੀ ਕਾਫੀ ਹੁਣ 40 ਤੋਂ ਉੱਪਰ ਹੋ ਗਏ ਜੀ। ਹਾਂਜੀ ਹਾਂਜੀ ਤੇ ਮਹਲਾ ਪਹਿਲਾ ਸ਼ਲੋਕ। ਹਾਂਜੀ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ। ਮਤਲਬ ਜਿਹੜੀ ਮੱਛੀ ਹੈ ਉਸ ਨੂੰ ਪਾਣੀ ਜਿਹੜਾ ਉਹ ਕੋਈ ਅਸਰ ਨਹੀਂ ਉਹਦੇ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਮੱਛੀ ਨੂੰ। ਚਾਹੇ 7 ਸਮੁੰਦਰ ਵਿੱਚ ਵੀ ਉਹ ਜਾ ਸਕਦੀ ਹੈ ਜੀ ਆਜ਼ਾਦ ਆ ਉਹਨੂੰ ਮਤਲਬ ਕੋਈ ਵੀ ਰੁਕਾਵਟ ਨਹੀਂ ਹੈਗੀ। ਪੰਖੀ ਜਿਹੜੇ ਪੰਛੀ ਹੁੰਦੇ ਆ ਉਹਨਾਂ ਦਾ ਪੂਰਾ ਆਕਾਸ਼ ਆ ਉਹਨਾਂ ਨੂੰ ਆਕਾਸ਼ ਕੋਈ ਰੁਕਾਵਟ ਨਹੀਂ ਹੈ ਜਾਂ ਆਕਾਸ਼ ਦੇ ਵਿੱਚ ਕੋਈ ਰੁਕਾਵਟ ਨਹੀਂ ਹੈ। ਉਹ ਬੇਸ਼ੱਕ ਚਾਹੇ ਪੂਰੇ ਇਸ ਬ੍ਰਹਿਮੰਡਲ ਦੇ ਵਿੱਚ ਆਕਾਸ਼ ਕਿਤੇ ਵੀ ਜਾ ਸਕਦੇ ਆ। ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ। ਪਾਲਾ ਜਿੰਨਾ ਮਰਜ਼ੀ ਹੋਵੇ ਜਿੰਨੀ ਮਰਜ਼ੀ ਠੰਡ ਹੋਵੇ ਗਰਮ ਹੋਵੇ ਪੱਥਰ ਤੇ ਕੋਈ ਅਸਰ ਨਹੀਂ ਹੈਗਾ। ਕੁੱਤੇ ਚਿੰਦਨ ਲਾਈ ਹੈ ਪੀਸੋ ਕੁੱਤੀ ਧਾਤ। ਚਿੰਦਨ ਦਾ ਕੁੱਤੇ ਤੇ ਕੋਈ ਅਸਰ ਨਹੀਂ ਹੈਗਾ। ਜੋ ਵੀ ਕੁੱਤੇ ਦੀ ਆਦਤ ਹੈ ਜਿਸ ਤਰ੍ਹਾਂ ਪ੍ਰਮਾਤਮਾ ਨੇ ਉਸ ਨੂੰ ਲਾਇਆ ਹੈ ਉਹੀ ਕਰੇਗਾ। ਉਹਦੇ ਤੇ ਇਹ ਚੀਜ਼ ਦਾ ਕੋਈ ਰੁਕਾਵਟ ਨਹੀਂ ਕੋਈ ਬੰਧਨ ਨਹੀਂ ਕੁਛ ਨਹੀਂ। ਬੋਲਾ ਜਿਹਨੂੰ ਮਤਲਬ ਕਿ ਸੁਣਦਾ ਹੀ ਨਹੀਂ ਹੈਗਾ ਉਹਨੂੰ ਜਿੰਨਾ ਮਰਜ਼ੀ ਤੁਸੀਂ ਬੇਸ਼ੱਕ ਉਹਦੇ ਕੰਨ 'ਚ ਸਮਝਾ ਦਿਓ ਗ੍ਰੰਥਾਂ ਦਾ ਪਾਠ ਪੜ੍ਹਾ ਦਿਓ ਤੁਸੀਂ ਉਹ ਨਹੀਂ ਉਹਦੇ ਤੇ ਕੋਈ ਅਸਰ ਨਹੀਂ। ਉਹਨੇ ਮਤਲਬ ਬੋਲੇ ਦਾ ਬੋਲਾ ਉਹੀ ਉਹਦਾ ਸਟਾਈਲ ਰਹਿਣਾ। ਅੰਧਾ ਚਾਨਣ ਰੱਖੀਏ ਦੀਵੇ ਬਲੇ 50। ਤੋ ਅੰਧੇ ਨੂੰ ਉੱਤੇ ਮਤਲਬ ਗਿਆਨ ਜਿੰਨਾ ਮਰਜ਼ੀ ਚਾਨਣ ਹੋਵੇ ਉਹਦਾ ਕੋਈ ਅਸਰ ਨਹੀਂ ਉਹਨੇ ਉਹੀ ਰਹਿਣਾ ਗਾ। ਚਾਉਣੇ ਸੋਏ ਨਾ ਪਾਈ ਹੈ ਚੁਣ ਚੁਣ ਖਾਵੇ ਘਾਸ। ਹੁਣ ਘਾਸ ਖਾਣ ਵਾਲੇ ਮਾਸਾਹਾਰੀ ਪਸ਼ੂ ਆ ਜਿਹੜੇ ਉਹਨਾਂ ਤੇ ਕੁਛ ਵੀ ਤੁਸੀਂ ਹੋਰ ਚੀਜ਼ ਪਾ ਦਿਓ ਜੋ ਜਿੱਥੇ ਰੱਬ ਨੇ ਉਹਨੂੰ ਲਾਇਆ ਹੈਗਾ ਉਹਨੇ ਉਹੀ ਖਾਣਾ ਗਾ। ਇੱਕ ਵਾਰੀ ਇੰਗਲੈਂਡ 'ਚ ਦੱਸਦੇ ਇਹ ਗਾਈਆਂ ਨੂੰ ਨਾ ਉਹਨਾਂ ਨੇ ਪੱਠਿਆਂ ਦੇ ਵਿੱਚ ਘਾਹ ਦੇ ਵਿੱਚ ਨਾ ਮੀਟ ਦੇ ਟੁਕੜੇ ਦਿਖਾਏ ਉਹਨਾਂ ਨੇ ਖਾਧਾ ਨਹੀਂ ਕੁਛ ਨੇ ਖਾਧਾ ਉਹ ਮਤਲਬ ਮਰ ਗਈਆਂ ਉਹ ਨਹੀਂ ਖਾ ਸਕਦੀਆਂ। ਉਹਨਾਂ ਦਾ ਲਾਈਫ ਸਟਾਈਲ ਉਹੀ ਆ। ਲੋਹਾ ਮਾਰਨ ਪਾਈ ਆ ਟਹੇ ਨਾ ਹੋਏ ਕਪਾਸ। ਲੋਹੇ ਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹ 'ਚ ਕੈਮੀਕਲ ਕਰਕੇ ਕੁਛ ਮਿਕਸਰ ਕਰਕੇ ਧਾਤ ਮਿਲਾ ਕੇ ਉਹਨੇ ਲੋਹਾ ਹੀ ਰਹਿਣਾ ਗਾ ਉਹਨੇ ਪਗਲਣਾ ਨਹੀਂ ਕਪਾਹ ਦੀ ਤਰ੍ਹਾਂ। ਹੁਣ ਆਹ ਜਿਹੜਾ ਹੈਗਾ ਅਖੀਰ ਤੇ ਕੀ ਗਿਆਨ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਨਾਤ। ਸੋ ਮੂਰਖ ਦਾ ਵੀ ਇਹਨਾਂ ਚੀਜ਼ਾਂ ਨਾਲ ਹੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਵੇਂ ਪੱਥਰ ਹੈ ਪੱਥਰ 'ਚ ਇਕੱਲੀ ਫਿਜ਼ੀਕਲ ਡਿਮੈਂਸ਼ਨ ਹੁੰਦੀ ਆ। ਜਿਹੜੇ ਪੰਛੀ ਹੈਗੇ ਆ ਉਦੋਂ ਬਾਅਦ ਜਿਹੜੀ ਬਨਸਪਤੀ ਆ ਉਹਨਾਂ 'ਚ ਫਿਜ਼ੀਕਲ ਡਿਮੈਂਸ਼ਨ 'ਚ ਵੀ ਜਿਉਂਦੇ ਆ ਤੇ ਇਮੋਸ਼ਨਲ ਵਿੱਚ ਵੀ ਜਿਉਂਦੇ ਆ। ਕਿਸੇ ਦਰਖਤ ਨੂੰ ਕੱਟੋ ਤਾਂ ਉਹਦੇ ਵਿੱਚੋਂ ਦੇਖੋ ਕਿਵੇਂ ਉਹ ਪਾਣੀ ਜਾਂ ਦੁੱਧ ਵਾਂਗੂ ਨਿਕਲਦਾ ਮਤਲਬ ਇਮੋਸ਼ਨਲ ਥੋੜਾ ਬਹੁਤ ਹੈ। ਤੇ ਜਿਹੜੇ ਜਿਵੇਂ ਮੱਛੀ ਵਗੈਰਾ ਹੈ ਜਾਂ ਜਿਹੜੇ ਮਤਲਬ ਜਾਨਵਰ ਆ ਜਾਂਦੇ ਆ ਉਹਨਾਂ 'ਚ ਥੋੜੀ ਮਤਲਬ ਕਿ ਇੰਟਲੈਕਚੁਅਲ ਵੀ ਥੋੜੀ ਜਿਵੇਂ ਹਾਥੀ ਹੈਗਾ ਘੋੜਾ ਹੈਗਾ ਜਾਨਵਰ ਆਪਾਂ ਕਿੰਨੇ ਉਹ ਤੋਂ ਅੱਛੇ ਕੰਮ ਲੈਂਦੇ ਆ ਤੇ ਉਹ ਥੋੜੀ ਬਹੁਤ ਸਮਝ ਹੈ ਇੰਟਲੈਕਚੁਅਲ। ਤੇ ਇਹਦੇ ਵਿੱਚ ਇਹੀ ਗਿਆਨ ਹੈ ਕਿ ਆਹ ਜਿਹੜੇ 3 ਡਿਮੈਂਸ਼ਨਾਂ 'ਚ ਪਸ਼ੂ ਪੰਛੀ ਪੱਥਰ ਜੀਵ ਸਾਰੇ ਜਾਂ ਬਨਸਪਤੀ ਹੈ
ਉਹ ਆਜ਼ਾਦ ਹੈਗੇ ਆ, ਉਹਨਾਂ ਨੂੰ ਕੋਈ ਵੀ ਬੰਧਨ ਨਹੀਂ ਹੈਗੀ। ਹੁਣ ਇਹ ਪੂਰੀ ਤਰ੍ਹਾਂ ਤੁਸੀਂ ਕਹੋਗੇ ਕਿ ਇਹਦਾ ਚੀਜ਼ਾਂ ਦਾ ਕੀ ਮਤਲਬ ਹੈਗਾ, ਤੁਸੀਂ ਅਗਲੇ ਸ਼ਲੋਕ 'ਚ ਦੇਖੋ ਤੇ ਫਿਰ ਪੌੜੀ ਵਿੱਚ ਇਹਨਾਂ ਦਾ ਮਤਲਬ ਕਲੀਅਰ ਹੋਊਗਾ। ਅੱਗੇ ਫਿਰ ਕਿਹਾ ਕੰਚਨ ਟੁੱਟੇ ਸਾਰ। ਹੁਣ ਕਿਹਾ ਕੈ ਕੰਚਨ ਜਾਂ ਕੋਈ ਵੀ ਧਾਤ ਹੋਵੇ, ਅਗਰ ਉਹ ਟੁੱਟ ਜਾਵੇ ਤਾਂ ਉਸ ਨੂੰ ਉਹ ਜੁੜ ਜਾਂਦਾ ਗਾ, ਮਤਲਬ ਉਸ ਨੂੰ ਦੋਨਾਂ ਨੂੰ ਜੋੜਿਆ ਜਾ ਸਕਦਾ, ਗੰਢ ਪਾਈ ਜਾ ਸਕਦੀ ਹੈ। ਅਗਨੀ ਗੰਢ ਪਾਏ ਲਹਾਰ, ਇਹਦੇ ਨਾਲ ਅਗਨੀ ਨਾਲ ਕਹਿਆ ਕੰਚਨ ਟੁੱਟੇ ਹੋਏ ਨੂੰ ਮਿਲਾ ਸਕਦੇ ਆ, ਔਰ ਕਈ ਧਾਤਾਂ ਇਕੱਠੀਆਂ ਵੀ ਹੋ ਸਕਦੀਆਂ। ਮਤਲਬ ਇਹ ਆਜ਼ਾਦ ਨਹੀਂ ਹੈ। ਕੰਚਨ ਦੇ ਵਿੱਚ ਪਿੱਤਲ ਪਾ ਦਈਏ, ਪਿੱਤਲ ਵੀ ਆਜ਼ਾਦ ਨਹੀਂ ਹੈ। ਉਹ ਅਗਰ ਗੰਢ ਪਾ ਕੇ ਉਸ ਨੂੰ ਅਸੀਂ ਮਤਲਬ 2 ਨਾਲ 3 ਨਾਲ ਮਿਲਾ ਸਕਦੇ ਹਾਂ, ਆਪਣੇ ਆਪ ਫਿਰ ਉਹ ਗੰਢ ਨਹੀਂ ਤੋੜ ਸਕਦੇ। ਗੋਰੀ ਛੇਤੀ ਟੁੱਟੇ ਪਟਾਰ, ਪੁੱਤੀ ਗੰਢ ਪਵੇ ਸੰਸਾਰ। ਇੱਥੇ ਮਤਲਬ ਥੋੜਾ ਜਿਹਾ ਹੋਰ ਇਹ ਗੁਰੂ ਜੀ ਕਲੀਅਰ ਕਰਦੇ ਆ, ਜਿਵੇਂ ਗੋਰੀ ਤੇ ਪਤਾਰ ਦੀ ਅਗਰ ਟੁੱਟ ਜਾਏ ਤੇ ਪੁੱਤੀ ਗੰਢ ਪਵੇ ਸੰਸਾਰ। ਇੱਥੇ ਥੋੜਾ ਜਿਹਾ ਆਮ ਮਤਲਬ ਜੇ ਪ੍ਰਚਾਰਕ ਆ ਉਹਦਾ ਗਲਤ ਮਤਲਬ ਕੱਢਦੇ ਆ। ਪੁੱਤੀ, ਇੱਕ ਤਾਂ ਪੁੱਤੀ ਦਾ ਮਤਲਬ ਧੀ ਤੇ ਪੁੱਤ ਦੋਨੇ ਹੀ ਹੁੰਦੇ ਆ। ਕਈ ਜਗ੍ਹਾ ਸੁੱਤ ਵੀ ਬਾਣੀ 'ਚ ਲਿਖਿਆ ਹੈਗਾ, ਉਹ ਵੀ ਦੋਨੇ ਵਾਸਤੇ ਆ। ਜਿਵੇਂ ਸਿਮਰਨ ਦ੍ਰੋਪਦ ਸੁੱਤ ਉਧਰੀ, ਦ੍ਰੋਪਦੀ ਜਿਹੜੀ ਰਾਜੇ ਦ੍ਰੋਪਦੀ ਸੀ, ਉਹ ਸਿਮਰਨ ਕਰਕੇ ਮਤਲਬ ਉਹਦਾ ਕਲਿਆਣ ਹੋ ਗਿਆ। ਤੋ ਪੁੱਤਾਂ ਨਾਲ ਕੀ ਦੁਨੀਆ ਕਹਿੰਦੀ ਆ ਕਿ ਪੁੱਤਾਂ ਨਾਲ ਪੀੜ੍ਹੀ ਚੱਲਦੀ ਆ, ਇਹਦੇ ਨਾਲ ਗੰਢ ਪੈ ਜਾਂਦੀ ਆ। ਉਹ ਦੋਨੇ ਫਿਰ ਗੋਰੀ ਛੇਤੀ ਉਹਨਾਂ ਦਾ ਆਪਸ ਵਿੱਚ ਹੀ ਮੇਲ ਹੋ ਜਾਂਦਾ। ਲੇਕਿਨ ਇਹਦਾ ਮਤਲਬ ਕੀ ਹੈ ਕਿ ਜਦੋਂ ਸਾਡੀ ਅਗਲੀ ਜਨਰੇਸ਼ਨ ਹੁੰਦੀ ਆ, ਪੁੱਤ ਜਾਂ ਧੀ ਹੁੰਦੀ ਆ, ਉਹਦੇ ਨਾਲ ਅਸੀਂ ਸੰਸਾਰ ਨਾਲ ਜੁੜ ਲੈਂਦੇ ਹਾਂ। ਸੰਸਾਰ ਨਾਲ ਗੰਢ ਪੈ ਜਾਂਦੀ ਹੈ ਜਾਂ ਸੰਸਾਰ ਦਾ ਸਾਨੂੰ ਬੰਧਨ ਹੋ ਜਾਂਦਾ ਗਾ। ਤੋ ਇਹ ਜਿਵੇਂ ਬਾਕੀ ਪਹਿਲੇ ਸ਼ਲੋਕ ਵਿੱਚ ਸੀ ਜਾਂ ਕਿਹਾ ਕੰਚਨ ਧਾਤਾਂ ਦਾ ਸੀ, ਉਹ ਜਿਹੜੀਆਂ ਉਹਨਾਂ ਨੂੰ ਵੀ ਬੰਧਨ ਪੈਂਦਾ ਗਾ। ਤੇ ਇਨਸਾਨਾਂ ਨੂੰ ਜਿਹੜਾ ਬੰਧਨ ਹੈਗਾ ਉਹ ਪੁੱਤਾਂ ਨਾਲ ਸ਼ੁਰੂ ਹੁੰਦਾ ਗਾ। ਪੁੱਤਾਂ ਨਾਲ ਸ਼ੁਰੂ ਹੋ ਕੇ ਉਹਨਾਂ ਦੇ ਗਾਹਾਂ ਰਿਸ਼ਤੇਦਾਰ ਹੋ ਜਾਂਦੇ ਆ, ਫਿਰ ਸਹੁਰੇ ਹੋ ਜਾਂਦੇ ਆ, ਕੁੜਮ ਹੋ ਜਾਂਦੇ ਆ, ਜਵਾਈ ਹੋ ਜਾਂਦੇ ਆ, ਫਿਰ ਭੈਣ, ਮਾਸੀ, ਤਾਈ, ਇਹ ਸਾਰੇ ਜਿਹੜੇ ਕੁਟੁੰਬ ਬਣ ਜਾਂਦਾ ਗਾ, ਇਹ ਗੰਢਾਂ ਹਨ। ਇਹ ਸਾਰੀਆਂ ਗੰਢਾਂ ਹਨ। ਜਿਵੇਂ ਮਾਤ ਪਿਤਾ ਬੰਤਾ ਸੁਤ ਬੰਧਵ, ਇਸ਼ਟ ਬੀਤ ਔਰ ਭਾਈ, ਸਾਰੇ ਜਿੰਨੇ ਵੀ ਹੈਗੇ ਆ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਅਣੀ ਕਹਿੰਦੀ ਹੈ ਕਿ ਇਹ ਤੁਹਾਡਾ ਪਿਛਲੇ ਸਮੇਂ ਦਾ ਸੰਜੋਗ ਬਣਿਆ, ਇਹਨਾਂ ਨਾਲ ਤੁਹਾਡੀ ਗੰਢ ਜਾਂ ਬੰਧਨ ਪੈਣਾ ਹੀ ਪੈਣਾ ਹੈਗਾ। ਤੇ ਸਾਡਾ ਸੰਸਾਰ ਜਿਹੜਾ ਅਸੀਂ ਕਹਿੰਦੇ ਆ ਉਹ ਵੀ ਇਹੀ ਹੈ। ਸਾਡੇ ਰਿਸ਼ਤੇਦਾਰ, ਉਹਨਾਂ ਦੇ ਗਾਂ ਰਿਸ਼ਤੇਦਾਰ, ਤੇ ਇਸ਼ਟ ਮਿੱਤਰ ਭਾਈ, ਤੁਹਾਡੇ ਭਾਈ ਜਿੰਨੇ ਰਿਸ਼ਤੇਦਾਰ, ਬਲੱਡ ਰਿਲੇਸ਼ਨ ਹੋਏ ਰਿਸ਼ਤੇਦਾਰ, ਪਲੱਸ ਭਾਈ ਲੋਕ ਮਿੱਤਰ ਜਿਹੜੇ ਕਿ ਸਾਨੂੰ ਜਾਣਦੇ ਆ। ਜਿਹੜੇ ਸਾਨੂੰ ਜਾਣਦੇ ਨਹੀਂ, ਪਤਾ ਨਹੀਂ ਕੌਣ ਆ ਕੌਣ, ਉਹ ਸਾਡਾ ਸੰਸਾਰ ਨੇ। ਇਸੇ ਕਰਕੇ ਬਾਣੀ ਕਹਿੰਦੇ ਆ ਇਹਦੇ ਨਾਲ ਹੌਲੀ 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 ਕਰਕੇ ਮੋਹ ਪੈ ਜਾਂਦਾ, ਲੋਭ ਹੋ ਜਾਂਦਾ, ਫਿਰ ਕਾਮਨਾ ਹੋ ਜਾਂਦੀ। ਇਸ ਕਰਕੇ ਇਹ ਬੰਧਨ, ਇਹਦੇ ਨਾਲ ਸੰਸਾਰ ਵਿੱਚ ਬੰਧਨ ਪੈ ਜਾਂਦੇ ਆ। ਔਰ ਫਿਰ ਉਹ ਇੱਕ ਹੈ ਵੀ ਕਿ ਲੋਕ ਕੁਟੁੰਬ ਸਭੂ ਤੇ ਤੋੜੇ ਤੋ ਆਪਣ ਵੇਡੀ ਆਵੇ ਹੋ। ਤੋ ਇਹ ਸਾਰੇ ਜਿੰਨੇ ਵੀ ਰਿਸ਼ਤੇ ਆ, ਪਹਿਲਾਂ ਲੋਕਾਂ ਨੂੰ ਟੁੱਟਣਾ, ਫਿਰ ਕੁਟੁੰਬ ਨੂੰ ਟੁੱਟਣਾ, ਫਿਰ ਉਸ ਤੋਂ ਬਾਅਦ ਆਪਣੇ ਆਪ ਟੁੱਟਣਾ, ਫਿਰ ਮੈਂ ਖਤਮ ਹੁੰਦੀ ਆ। ਸੋ ਇਹ ਗੰਢ, ਮਤਲਬ ਗੰਢ ਦਾ ਮਤਲਬ ਬੰਧਨ, ਇਹਨੂੰ ਮਾਇਆ ਦੇ ਬੰਧਨ ਵੀ ਕਹਿੰਦੇ ਆ। ਪਹਿਲੇ ਸ਼ਲੋਕ ਵਿੱਚ ਉਹਨਾਂ ਨੂੰ ਕੋਈ ਬੰਧਨ ਨਹੀਂ ਹੈਗਾ ਕਿਸੇ ਤਰ੍ਹਾਂ ਦਾ, ਕਿਉਂਕਿ ਉਹ ਥੱਲੇ ਆ, ਸਪਿਰਿਚੁਅਲ ਡਿਮੈਂਸ਼ਨ ਤੋਂ ਥੱਲੇ ਹੈਗੇ ਆ। ਤੇ ਆਹ ਐਗਜ਼ਾਮਪਲ ਕਿਹਾ ਕੰਚਨ ਦਿੱਤੀ ਹੈ, ਇਹ ਮਤਲਬ ਪੁੱਤਾਂ ਨਾਲ ਅਸੀਂ ਸੰਸਾਰ ਵਿੱਚ ਇਹ ਤਰ੍ਹਾਂ ਰਾਜਾ ਮੰਗੇ ਦਿੱਤੇ ਗੰਢ ਪਾਏ। ਹੁਣ ਜੇ ਰਾਜਾ ਪਰਜੇ ਤੋਂ ਨਾ ਟੈਕਸ ਲਵੇ, ਉਹਦਾ ਕੋਈ ਹੋਰ ਸੰਬੰਧ ਹੀ ਨਹੀਂ ਹੈਗਾ। ਉਹ ਨਾ ਉਹ ਰਾਜਾ ਹੋਊ ਨਾ ਪਰਜਾ ਹੋਊ, ਅਗਰ ਆਪਸ ਵਿੱਚ ਹੀ ਨਹੀਂ ਹੈਗੇ, ਉਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੈਗੀ, ਤੇ ਉਹਨਾਂ ਦਾ ਆਪਸ ਵਿੱਚ ਹੀ ਕੋਈ ਉਹ ਗੰਢ ਪੈਣੀ ਨਹੀਂ ਹੈਗੀ, ਬੰਧਨ ਪੈਣਾ ਨਹੀਂ। ਭੁੱਖਿਆਂ ਗੰਢ ਪਵੇ ਜਾਂ ਸਾਏ, ਤੂੰ ਭੁੱਖਿਆਂ ਨੂੰ ਤੁਸੀਂ ਖਿਲਾ ਦਿਓ, ਉਹਨਾਂ ਦੀ ਉਹ ਰੱਜ ਜਾਣਗੇ। ਕਾਲਾ ਕਾਲਾ ਗੰਢ ਨਦੀਆਂ ਮੀਂਡੋਲ, ਕਾਲ ਜਿਹੜਾ ਹੈਗਾ
ਉਹ ਮੀਂਹ ਨਾਲ ਜਾਂ ਨਦੀਆਂ ਦੇ ਪਾਣੀ ਨਾਲ ਉਹ ਖਤਮ ਹੋ ਜਾਂਦਾ। ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਬੋਲਾਂ ਨਾਲ ਪ੍ਰੀਤ ਨਾਲ ਗੰਢ ਪੈ ਜਾਂਦੀ ਹੈ। ਇਹ ਕੋਈ ਤੁਹਾਡਾ ਦੁਨਿਆਵੀ ਵਿੱਚ ਵੀ ਕੋਈ ਤੁਹਾਡੇ ਵਧੀਆ ਬੋਲਦਾ, ਮਿੱਠਾ ਬੋਲਦਾ ਗਾ, ਤੇ ਉਹਦੇ ਨਾਲ ਸਾਨੂੰ ਚੰਗਾ ਲੱਗਦਾ, ਮੋਹ ਪੈ ਜਾਂਦਾ, ਪ੍ਰੀਤ ਪੈ ਜਾਂਦੀ। ਵੇਦਾਂ ਖੰਡ ਬੋਲੇ ਸੱਚ ਕੋਏ, ਤੋ ਇਹ ਵੀ ਅਗਰ ਵੇਦਾਂ ਦੀ ਗਿਆਨ ਦੀ ਗੰਢ ਵੀ ਜਿਹੜੀ ਹੈਗੀ ਆ, ਉਹ ਅਗਰ ਵੇਦਾਂ ਦੀ ਪੈ ਜਾਂਦੀ ਆ ਤੇ ਫਿਰ ਉਹ ਸੱਚ ਬੋਲਣ ਲੱਗ ਜਾ। ਮੋਇਆ ਗੰਢ ਨੇਕੀ ਸੱਤ ਹੋਏ। ਹੁਣ ਮੋਇਆ ਨੂੰ ਜਦੋਂ ਆਪਾਂ ਯਾਦ ਕਰਦੇ ਹਾਂ, ਉਹਨਾਂ ਦੇ ਚੰਗੇ ਕੰਮ ਕਰਕੇ ਯਾਦ ਕਰਦੇ ਹਾਂ। ਉਹ ਵੀ ਜਦੋਂ ਅਸੀਂ ਯਾਦ ਕਰਦੇ ਹਾਂ, ਬਾਣੀ ਕਹਿੰਦੀ ਮੋਇਆ ਨੂੰ ਯਾਦ ਨਹੀਂ ਕਰਨਾ ਚਾਹੀਦਾ, ਪਿੱਛੇ ਨਹੀਂ ਜਾਣਾ, ਪਰ ਉਹ ਫਿਰ ਬੰਧਨ ਹੋ ਜਾਂਦਾ, ਮੋਇਆ ਨਾਲ ਵੀ ਬੰਧਨ ਹੋ ਜਾਂਦਾ ਗਾ। ਉਹਨਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ। ਏਤ ਗੰਢ ਵਰਤੇ ਸੰਸਾਰ, ਇਹ ਸੰਸਾਰ ਦੇ ਬੰਧਨ ਜਾਂ ਮਾਇਆ ਦੇ ਬੰਧਨ ਦੱਸਿਆ ਗਿਆ। ਮੂਰਖ ਗੰਢ ਪਵੇ ਮੂੰਹ ਮਾਰ, ਤੋ ਜਿਹੜਾ ਮੂਰਖ ਬੰਦਾ ਇਸੇ ਤਰ੍ਹਾਂ ਹੀ ਹੈਗਾ, ਉਹ ਵੈਸੇ ਉਹਦੇ ਤੇ ਕੋਈ ਅਸਰ ਨਹੀਂ ਹੈਗਾ, ਲੇਕਿਨ ਉਹਦੇ ਉੱਤੇ ਮਤਲਬ ਜਦੋਂ ਉਹਦੇ ਮੂੰਹ ਦੇ ਉੱਤੇ ਉਹਦੀ ਬੇਇੱਜ਼ਤੀ ਕੀਤੀ ਜਾਵੇ ਤਾਂ ਉਹਦੇ ਨਾਲ ਉਹ ਮੂਰਖ ਬਣਿਆ ਦਾ ਪ੍ਰੂਵ ਹੋ ਜਾਂਦਾ। ਹੁਣ ਲਾਸਟ ਤੇ ਜਾ ਕੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਤੋ ਗੰਢ ਜਿਹੜੀ ਮਾਇਆ ਦੀ ਆ, ਉਹ ਸਾਡੀ ਬੰਧਨ ਆ। ਜਿਹੜਾ ਗੰਢ ਸਾਡੀ ਪਰਮਾਤਮਾ ਨਾਲ ਪੈਣੀ ਆ, ਉਹਦੀ ਸਿਫਤ ਸਲਾਹ ਮਤਲਬ ਉਹੀ ਆਪਾਂ ਨਾਮ ਸਿਮਰਨ, ਅਭਿਆਸ ਤੇ ਜਾਂ ਪ੍ਰਭੂ ਨੂੰ ਅਰਾਧਨਾ ਸਿਮਰਨ, ਉਹ ਸਾਰਾ ਕੁਝ ਉਹਦੇ ਨਾਲ ਹੀ ਸਾਡੀ ਪਰਮਾਤਮਾ ਨਾਲ ਗੰਢ ਪੈ ਸਕਦੀ ਹੈ। ਜਿਸ ਤਰ੍ਹਾਂ ਆਪਣੇ ਭਗਤ ਰਵਿਦਾਸ ਜੀ ਦਾ ਹੈਗਾ, ਜੋ ਤੁਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੋਂ ਬਾਂਧੇ। ਵੀ ਪ੍ਰਮਾਤਮਾ ਤੈਂ ਸਾਨੂੰ ਮੋਹ ਨਾਲ ਬੰਨਿਆ ਹੋਇਆ, ਅਸੀਂ ਵੀ ਤੈਨੂੰ ਬੰਨ ਸਕਦੇ ਹਾਂ, ਅਸੀਂ ਤੈਨੂੰ ਪ੍ਰੇਮ ਨਾਲ ਬੰਨ ਸਕਦੇ ਹਾਂ। ਅਗਲੀ ਤੁਕ ਚ ਕਹਿੰਦੇ ਆ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮੇ ਅਰਾਧੇ। ਜਿਹੜਾ ਮਾਇਆ ਦਾ ਬੰਧਨ ਹੈਗਾ, ਉਹ ਅਸੀਂ ਪ੍ਰਭੂ ਨੂੰ ਅਰਾਧ ਕੇ, ਸਿਮਰਨ ਕਰਕੇ, ਯਾਦ ਕਰਕੇ ਅਸੀਂ ਉਸ ਬੰਧਨ ਨੂੰ ਤੋੜ ਸਕਦੇ ਹਾਂ। ਲੇਕਿਨ ਜਿਹੜਾ ਪ੍ਰੇਮ ਦਾ ਬੰਧਨ ਆ, ਉਹ ਇੱਕ ਵੀ ਨਹੀਂ ਹੋ ਜੋ, ਉਹਨੂੰ ਪ੍ਰਭੂ ਵੀ ਤੋੜ ਨਹੀਂ ਸਕਦਾ ਹੈਗਾ। ਤੋ ਇਹਦੇ ਵਿੱਚ ਇੱਕ ਇਹ ਵੀ ਪਹਿਲੇ ਸ਼ਲੋਕ ਨਾਲ ਮਿਲ ਕੇ ਉਹ ਮਾਇਆ ਦੇ ਬੰਧਨ ਤੇ ਪ੍ਰਭੂ ਨਾਲ ਗੰਢ, ਜਾਂ ਪ੍ਰਭੂ ਦਾ ਬੰਧਨ ਹੀ ਕਹਿ ਸਕਦੇ ਹੋ ਤੁਸੀਂ, ਉਹ ਪ੍ਰੇਮ ਦਾ ਬੰਧਨ ਹੈਗਾ। ਅਸੀਂ ਮਾਇਆ ਦੇ ਬੰਧਨ ਤੋੜ ਕੇ ਪ੍ਰੇਮ ਦੇ ਬੰਧਨ ਵਿੱਚ ਪ੍ਰਮਾਤਮਾ ਨੂੰ ਹੈਗਾ ਅਸੀਂ ਮਿਲਣਾ ਹੈਗਾ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਇਹ ਆਪਾਂ ਬਹੁਤ ਵਾਰੀ ਕੀਤਾ। ਖਰੇ ਖਜ਼ਾਨੇ ਪਾਈ ਹੈ, ਖੋਟੇ ਛਟੀਏ ਬਾਹਰ। ਤੋ ਖਰੇ ਉਹ ਹੋ ਗਏ ਜਿਨ੍ਹਾਂ ਨੇ ਪ੍ਰਭੂ ਨਾਲ ਗੰਢ ਪਾ ਲਈ, ਪ੍ਰੀਤ ਪਾ ਲਈ, ਤੇ ਖੋਟੇ ਕਿਹੜੇ ਹੋ ਗਏ ਜਿਹੜੇ ਨਹੀਂ ਪਾ ਸਕਦੇ। ਜਿਸ ਤਰ੍ਹਾਂ ਮੂਰਖ ਦੀ ਦੱਸਿਆ ਹੈਗਾ, ਉਹਨਾਂ ਦਾ ਮਤਲਬ ਉਹਨਾਂ ਨੇ ਇਸ ਰਸਤੇ ਤੇ ਜਾਣਾ ਹੀ ਨਹੀਂ, ਕਿਉਂਕਿ ਜੋ ਇਨਸਾਨ ਆ ਉਹਦੀ ਸਪਿਰਿਚੁਅਲ ਡਾਇਮੈਂਸ਼ਨ ਆ, ਉਹ ਦੋਨੇ ਪਾਸੇ ਜਾ ਸਕਦਾ। ਔਗਣ ਔਰ ਗੁਣ ਦੋਨੇ ਉਹਦੇ ਵਿੱਚ ਪ੍ਰਭੂ ਨੇ ਪਾਏ ਆ, ਪਰ ਉਹ ਗੁਪਤ ਰੱਖੇ ਆ। ਉਹ ਸਿਰਫ ਇਨਸਾਨ ਹੀ ਉਸ ਨੂੰ ਪ੍ਰਗਟ ਕਰਕੇ ਅਸੀਂ ਮਤਲਬ ਮਾਇਆ ਦੇ ਬੰਧਨ ਕੱਟ ਕੇ ਅਸੀਂ ਖਰੇ ਹੋ ਕੇ ਅਸੀਂ ਪ੍ਰਭੂ ਦੇ ਖਜ਼ਾਨੇ ਦਰਬਾਰ ਵਿੱਚ ਅਸੀਂ ਜਾ ਸਕਦੇ ਹਾਂ। ਖੋਟੇ ਸੱਚੀ ਦਰਗਾਹ ਛੁੱਟਿਆ, ਕਿਸ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ। ਤੋ ਅਗਰ ਅਸੀਂ ਖਰੇ ਬਣਨਾ ਚਾਹੁੰਦੇ ਹਾਂ ਤੇ ਪ੍ਰਭੂ ਨਾਲ ਅਸੀਂ ਪਿਆਸ ਬਣਾ ਕੇ, ਪਿਆਸ ਔਰ ਤ੍ਰੇਹ ਹੋਣੀ ਚਾਹੀਦੀ ਆ, ਔਰ ਪ੍ਰੇਮ ਕਰਕੇ ਪ੍ਰੇਮ ਨਾਲ ਅਸੀਂ ਪ੍ਰਭੂ ਨੂੰ ਬਣ ਸਕਦੇ ਹਾਂ, ਔਰ ਪ੍ਰਭੂ ਵੀ ਛੁੱਟ ਨਹੀਂ ਸਕਦਾ। ਮਤਲਬ ਕਿ ਇੱਕ ਵਾਰੀ ਸਾਨੂੰ ਪ੍ਰੇਮ ਹੋ ਜੇ, ਅਸੀਂ ਵਾਪਸ ਨਹੀਂ ਆ ਸਕਦੇ। ਸੱਚੀ ਦਰਗਾਹ ਮੰਨੀਏ ਗੁਰ ਕੇ ਪ੍ਰੇਮ ਪਿਆਰ, ਆ ਪ੍ਰੇਮ ਦਾ ਆ ਗਿਆ ਉਹੀ। ਗੰਤ ਤਿਨਾ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾ। ਸੋ ਗਿਣਤੀਆਂ ਮਿੰਤੀਆਂ ਤੋਂ ਉਹ ਬਾਹਰ ਹੋ ਜਾਂਦਾ ਇਨਸਾਨ, ਔਰ ਗਿਣਤੀਆਂ ਮਿੰਤੀਆਂ ਨਾਲ ਕਦੇ ਵੀ ਪ੍ਰਮਾਤਮਾ ਨੂੰ ਨਹੀਂ ਪਾਇਆ ਸਕਦਾ। ਸੋ ਸੰਗਤ ਜੀ, ਇਹਦੇ ਵਿੱਚ ਉਹੀ ਆ ਵੀ ਮਾਇਆ ਦੇ ਬੰਧਨ ਦੱਸੇ ਆ ਤੇ ਪ੍ਰਭੂ ਦੇ ਬੰਧਨ, ਪ੍ਰਭੂ ਦਾ ਪ੍ਰੇਮ, ਉਹ
ਜਿਹੜੇ ਜੀਵ ਹੈਗੇ ਆ ਥੱਲੇ ਵਾਲੇ, ਇਨਸਾਨ ਤੋਂ ਥੱਲੇ, ਉਹ ਤਾਂ ਜਿੱਥੇ ਇੱਕ ਲਾਈਨ 'ਚ ਪਾਏ ਆ, ਜਿਹੜੇ ਪਾਸੇ ਵੀ ਲਾਏ ਆ, ਉਹ ਉਸੇ 'ਚ ਇੱਕੋ ਪੌਚ ਹੀ ਚੱਲਣਗੇ, ਇੱਕੋ ਹੀ ਰਾਹ ਉਹਨਾਂ ਵਾਸਤੇ। ਤੇ ਆਹ ਗਿਆਨ ਵੀ ਸਿਰਫ ਇਨਸਾਨਾਂ ਵਾਸਤੇ ਆ। ਅਸੀਂ ਉਹਦੇ ਜੋ ਮਾਇਆ ਦੇ ਬੰਧਨ ਪਾਏ ਹੈਗੇ ਆ, ਤੇ ਕੁਝ ਪਹਿਲਾਂ ਦੇ ਪਏ ਆ, ਕੁਝ ਅਸੀਂ ਆਪ ਪਾਉਣੇ ਆ। ਜਿਹੜੇ ਪਹਿਲਾਂ ਦੇ ਗੁਣ ਮਾਇਆ ਦੇ ਬੰਧਨ, ਉਹ ਸਾਡੇ ਜੰਮਦਿਆਂ ਸਾਰ ਹੀ ਉਹ ਲੱਗ ਜਾਂਦੇ ਆ। ਸਭ ਤੋਂ ਪਹਿਲਾਂ ਮੋਹ ਦਾ ਹੁੰਦਾ, ਮਾਂ ਪਿਓ ਨਾਲ ਬੰਧਨ ਪੈ ਜਾਂਦਾ, ਉਹ ਪੈਣਾ ਹੀ ਪੈਣਾ, ਹਰ ਇੱਕ ਤੇ ਪੈਂਦਾ, ਉਹ ਤੋਂ ਕੋਈ ਬਾਤ ਨਹੀਂ ਸਕਦਾ ਹੈਗਾ। ਤੇ ਉਹ ਅਸੀਂ ਪ੍ਰਭੂ ਨਾਲ ਪ੍ਰੇਮ ਕਰਕੇ ਜਿਹੜਾ ਹੈਗਾ, ਉਹ ਅਸੀਂ ਮਾਇਆ ਦਾ ਬੰਧਨ ਜਿਹੜਾ ਹੈਗਾ ਤੋੜ ਸਕਦੇ ਹਾਂ। ਹਉਮੈ ਰੋਗ ਮਾਨਸ ਕੋ ਦੀਨਾ, ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਇਹ ਪਾਇਆ ਹੈਗਾ ਹਉਮੈ ਰੋਗ। ਹਉਮੈ ਮਤਲਬ ਇਹਦੀ ਬਾਕੀ ਰੋਗਾਂ ਦੀ, ਜਿਹੜੇ ਬਾਕੀ ਰੋਗਾਂ ਨੇ ਉਹਨਾਂ ਦੀ ਸਰਦਾਰ। ਇਸ ਤੋਂ ਬਾਅਦ ਹਉਮੈ ਨਾਲ ਹੀ ਸਾਡਾ ਮੋਹ ਪੈਦਾ ਹੁੰਦਾ। ਮੋਹ ਬਹੁਤ ਵੱਡਾ ਰੋਗ ਆ। ਪੰਜਵੇਂ ਪਾਤਸ਼ਾਹ ਨੇ ਇਸਨੂੰ ਨੰਬਰ 1 ਤੇ ਵੀ ਰੱਖਿਆ ਇੱਕ ਸ਼ਲੋਕ ਵਿੱਚ। ਤੇ ਬਾਕੀ ਜਿਹੜੇ ਦੂਸਰੇ ਉਹਦੇ ਨਾਲ ਹੀ ਹੋ ਜਾਂਦਾ। ਜਦੋਂ ਮੋਹ ਹੋ ਗਿਆ, ਜਿਹਦੇ ਨਾਲ ਮੋਹ 'ਚ ਰੁਕਾਵਟ ਪਾਊਗਾ, ਉਹ ਤੇ ਸਾਨੂੰ ਕ੍ਰੋਧ ਆਊਗਾ। ਤੇ ਫਿਰ ਜਦੋਂ ਮੋਹ ਹੋ ਗਿਆ ਜਿਹਦੇ ਨਾਲ, ਉਹ ਤੇ ਫਿਰ ਤੁਹਾਨੂੰ ਕਾਮਨਾ ਵੀ ਹੋਊਗੀ। ਬੱਚੇ ਹੋ ਗਏ ਕਿ ਬੱਚੇ ਵੱਡੇ ਹੋਣ, ਜਿਵੇਂ ਅਸੀਂ ਕਹੀਏ, ਉਸੇ ਤਰ੍ਹਾਂ ਹੀ ਇਹ ਪੜ੍ਹਨ ਲਿਖਣ, ਵਧੀਆ ਕੰਮ ਕਰਨ। ਤੇ ਉਹ ਸਾਰਾ ਕੁਝ ਮਤਲਬ ਇਹ ਪਿਲਾ ਕੇ ਬੰਦਾ ਫਸ ਜਾਂਦਾ। ਲੇਕਿਨ ਇਹ ਸਾਰਿਆਂ ਤੋਂ ਸਾਨੂੰ ਛੱਡ ਕੇ ਫੇਰ ਹੀ ਅਸੀਂ ਪ੍ਰਮਾਤਮਾ ਵੱਲ ਜਾ ਸਕਦੇ ਹਾਂ। ਤਾਂ ਇਹ ਸਾਰਾ ਗਿਆਨ ਇਸੇ ਵਾਸਤੇ ਆ। ਤੇ ਵੀਰ ਜੀ ਮਾਫ ਕਰਨਾ ਸੰਗਤ ਜੀ, ਮੈਂ ਟਾਈਮ ਵੀ ਲਿਆ ਔਰ ਆਪਣਾ ਇਹ ਥੋੜਾ ਕਮਲ ਵੀ ਸਮਝੋ ਕੁੱਟਿਆ, ਇੰਨਾ ਗਿਆਨ ਤਾਂ ਹੈ ਨਹੀਂ ਮੈਨੂੰ। ਤੇ ਵੀਰ ਜੀ ਤੁਸੀਂ ਇਸ ਨੂੰ ਥੋੜਾ ਜਿਹਾ ਫਿਰ ਆਪਣੇ ਲੈਵਲ ਤੇ ਕਰੈਕਟ ਕਰ ਦਿਓ ਇਸ ਨੂੰ। ਨਹੀਂ ਵੀਰ ਜੀ, ਬਹੁਤ ਵਧੀਆ ਚੀਜ਼ ਹੈ, ਬਿਲਕੁਲ ਸਿੱਧਾ। ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ, ਮਤਲਬ ਜਿਹੜਾ ਹੈਗਾ ਇਹ ਇਨਸਾਨ ਦੇ ਵਾਸਤੇ, ਕਿਉਂਕਿ ਇਨਸਾਨ ਦੇ ਕੋਲ ਜਿਹੜਾ ਹੈਗਾ ਨਾ ਸਪਿਰਚੁਅਲ ਡਾਇਮੈਂਸ਼ਨ ਹੈਗਾ। ਤੇ ਤੁਹਾਡਾ ਨਾ ਮਾਈਕ ਬੰਦ ਕਰ ਦੇਣਾ ਜੀ, ਸ਼ੋਰ ਜਿਹੜਾ ਬੰਦ ਹੋ ਜਾਊਗਾ। ਤੇ ਇਨਸਾਨ ਜਿਹੜਾ ਹੈਗਾ ਦੋਨੋਂ ਪਾਸੇ ਜਾ ਸਕਦਾ ਹੈ। ਮਾਲਕ ਨੇ ਇਨਸਾਨ ਨੂੰ ਪੂਰੀ ਛੂਟ ਦਿੱਤੀ ਹੈ, ਕਿਉਂਕਿ ਬਾਕੀ ਜਿਹੜੀਆਂ ਜੂਨਾਂ ਹੈਗੀਆਂ, ਉਹ ਜਿਹੜੀਆਂ ਭੋਗੀ ਜੂਨਾਂ ਹੈਗੀਆਂ, ਉਹਨਾਂ ਨੇ ਆਲਰੇਡੀ ਜਿਹੜਾ ਹੈਗਾ ਇਨਸਾਨ ਦੀ ਜੂਨ ਜਿਹੜੀ ਹੈਗੀ ਯੂਜ਼ ਕਰ ਲਈ ਆ ਔਰ ਉਹਨੂੰ ਵੇਸਟ ਕਰ ਲਿਆ ਉਹਨਾਂ ਨੇ। ਤੇ ਵਾਪਸ ਜਿਹੜੇ ਹੈਗੇ ਉਹ ਫਿਰ ਇਨਸਾਨ ਦੀ ਜੂਨ ਦੇ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਰੀਬਿਲਡ ਕੀਤਾ ਜਾ ਰਿਹਾ ਹੈ, ਉਹਨਾਂ ਦਾ ਕਾਰਨ ਸ਼ਰੀਰ ਘਟਾਇਆ ਜਾ ਰਿਹਾ ਹੈ। ਤੇ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈਗਾ। ਆਪਣੇ ਜਿਹੜੇ ਆਪਣੇ ਆਪ ਨੂੰ ਜਿਹੜਾ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਹੈ, ਕੈਦ ਦੇ ਵਿੱਚ ਹੈਗੇ, ਉਹ ਉਹਨਾਂ ਨੇ ਜਿਹੜਾ ਹੈਗਾ ਉਹ ਜੂਨ ਜਿਹੜੀ ਹੈਗੀ, ਉਸ ਤੋਂ ਬਾਅਦ ਫਿਰ ਉਹ ਸਿਖਰਲੇ ਡੰਡੇ ਤੇ ਮਨੁੱਖ ਜੂਨ 'ਚ ਆਉਣਗੇ। ਤੇ ਫਿਰ ਉਹਨਾਂ ਕੋਲ ਦੋਨੋਂ ਆਪਸ਼ਨ ਹੋਣਗੇ। ਤੇ ਇਹਦੇ ਵਿੱਚ ਜੇ ਅਸੀਂ ਮਤਲਬ ਖਰੇ ਨਹੀਂ ਬਣਾਂਗੇ ਜੀ, ਖੋਟੇ ਰਹਾਂਗੇ, ਤੇ ਫਿਰ ਜੀ ਉਹ ਪਿਛਲੀਆਂ ਜੂਨਾਂ ਜਿਹੜੀਆਂ ਦੱਸੀਆਂ ਅਸੀਂ ਉੱਧਰ ਜਾਵਾਂਗੇ। ਹਾਂ, ਸਾਡਾ ਚਾਂਸ ਖਤਮ ਹੋ ਜਾਊਗਾ ਜੀ। ਫਿਰ ਬਿਲਕੁਲ, ਫਿਰ ਅਸੀਂ ਖਰੇ ਨਹੀਂ ਹੋ ਸਕਦੇ। ਹਾਂ, ਹੁਣ ਇਹ ਦੋਨੋਂ ਜਿਹੜੇ ਹੈਗੇ ਆ, ਇਹਦੇ ਵਿੱਚ ਆਪਾਂ ਕੋਲ ਆਪਸ਼ਨ ਹੈਗਾ ਕਿ ਆਪਾਂ ਕਿਸੇ ਵੀ ਰਸਤੇ ਤੇ ਜਾ ਸਕਦੇ ਹਾਂ, ਜਾਂ ਵਾਪਸ ਥੱਲੇ ਜਾ ਸਕਦੇ ਹਾਂ, ਜਾਂ ਕਿ ਇਹ ਜੋ ਖੇਡ ਪਾਈ ਹੈ ਮਾਲਕ ਪਰਮਾਤਮਾ ਨੇ, ਇਸ ਨੂੰ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਧਿਆਨ ਸਿਮਰਨ ਦੇ ਨਾਲ, ਮਾਲਕ ਦੇ ਨਾਲ ਪਿਆਰ ਪਾ ਕੇ ਆਪਾਂ ਇਸ ਗੇਮ ਨੂੰ ਜਿੱਤ ਸਕਦੇ ਹਾਂ। ਤੇ ਬਿਲਕੁਲ ਠੀਕ ਹੈ ਜੀ। ਹਾਂਜੀ, ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਉਹ ਜਿਹੜੀ ਆਪਾਂ ਜਿੱਥੇ, ਕਿਉਂਕਿ ਇਸ ਤੋਂ 14ਵੀਂ ਪੌੜੀ ਤੇ ਗੱਲ ਕੀਤੀ ਸੀ। ਹਾਂਜੀ 14ਵੀਂ ਪੌੜੀ ਤੇ ਆਈ ਹੈ। ਤੇ ਸੇਮ ਜਿਹੜਾ ਹੈਗਾ ਇਸ ਤੋਂ ਅੱਗੇ ਹੀ ਮਹਾਰਾਜ ਜਿਹੜੇ ਹੈਗੇ ਉਹਦੇ ਵਿੱਚ ਗਿਆਨ ਦੇ ਰਹੇ ਆਪਾਂ ਨੂੰ ਭਾਈ, ਕਿ ਜਿਹੜੇ ਮਾਲਕ, ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ। ਨਹੀਂ ਕੋਈ ਨਹੀਂ ਵੀਰ ਜੀ, ਜਿਹੜੇ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਆ, ਇਹ ਜਿਹੜੀ ਖੇਡ ਪਾਈ ਹੋਈ ਆ, ਇਹ ਜਿਹੜੇ ਬੰਧਨ ਪਾਏ ਹੋਏ ਆ ਮਾਲਕ ਨੇ, ਉਸੇ ਨੇ ਛਡਾਉਣੇ ਹੈਗੇ ਬੰਧਨ, ਜਿਹਨੇ ਆਪਾਂ ਨੂੰ ਭੇਜਿਆ ਹੈਗਾ। ਕਿਉਂਕਿ ਆਪਣਾ ਆਪਣੇ ਵਿੱਚ ਕੁਝ ਵੀ ਨਹੀਂ ਹੈ, ਆਪਣੇ ਕੋਲ ਨਾ ਸਰੀਰ ਆਪਣਾ ਹੈਗਾ, ਨਾ ਜੀਵ ਹੈ, ਨਾ ਆਤਮਾ, ਸਾਰਾ ਕੁਝ ਬੁੱਧੀ ਚਿੱਤ ਸਾਰਾ ਮਾਲਕ ਪਰਮਾਤਮਾ ਦਾ ਦਿੱਤਾ ਹੋਇਆ, ਔਰ ਉਹਨੇ ਆਪਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਹੈਗਾ। ਔਰ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਇਸਸ, ਇਹ ਸਾਰੇ ਬੰਧਨ ਇਹ ਮਾਲਕ ਪਰਮਾਤਮਾ ਨੇ ਦੋਨੋਂ ਦੇ ਦੋਨੋਂ ਪਾਏ। ਮਾਲਕ ਚਾਹੇ ਤੇ ਉਹ ਕੋਈ ਵੀ ਬੰਧਨ ਜਿਹੜਾ ਹੈਗਾ ਉਹਨੂੰ ਤੋੜ ਸਕਦਾ ਹੈ, ਉਹ ਮਾਲਕ ਸਮਰੱਥ ਹੈਗਾ। ਇਹ ਚੀਜ਼ ਹੁਣ ਜਿਹੜੀ ਹੈਗੀ, ਇਹ ਪੌੜੀ ਜਿਹੜੀ ਹੈਗੀ ਆਪਾਂ ਨੂੰ ਇਹ ਗਿਆਨ ਦੇਵੇਗੀ। ਸ਼ਲੋਕ ਮਹੱਲਾ ਪਹਿਲਾ। ਸਿੰਘਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ। ਕਹਿੰਦੇ ਦੇਖ ਲਓ ਭਾਈ, ਹੁਣ ਸ਼ੇਰ ਹੈਗੇ ਆ,
ਇਹ ਸ਼ੇਰ ਚੀਤੇ ਵਗੈਰਾ ਜਿਹੜੇ ਹੈਗੇ ਆ ਮੀਟ ਖਾਣ ਵਾਲੇ, ਬਾਜ, ਚਰਗਾ ਜਿਹੜਾ ਹੈਗਾ ਇਹ ਵੀ ਛੋਟਾ ਜਿਹੜਾ ਹੈਗਾ ਬਾਜ ਟਾਈਪ ਦੇ ਪੰਛੀ ਹੁੰਦੇ ਆ, ਕੂਹੀਆਂ ਜਿਹੜੇ ਹੋਰ ਜਿਹੜੇ ਇਹ ਵੀ ਮਾਸਾਹਾਰੀ ਪੰਛੀ ਹੈਗੇ ਆ। ਇਹਨਾਂ ਖਵਾਲੇ ਘਾਹ, ਕਹਿੰਦੇ ਇਹਨਾਂ ਨੂੰ ਘਾਹ ਖਵਾਲ ਸਕਦਾ ਹੈ ਮਾਲਕ ਪਰਮਾਤਮਾ, ਇਹਨਾਂ ਦਾ ਨੇਚਰ ਚੇਂਜ ਕਰ ਸਕਦਾ ਹੈ, ਉਹ ਸਮਰੱਥ ਹੈਗਾ ਉਹ ਮਾਲਕ ਪਰਮਾਤਮਾ। ਉਹਨੇ ਹੀ ਤਾਂ ਡਿਜ਼ਾਈਨ ਕੀਤਾ ਇਹਨਾਂ ਨੂੰ, ਮਾਸਾਹਾਰੀ ਉਸੇ ਮਾਲਕ ਨੇ ਬਣਾਇਆ ਹੋਇਆ ਹੈ। ਘਾਹ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ, ਔਰ ਜਿਹੜੇ ਘਾਹ ਖਾਣ ਵਾਲੇ ਜਾਨਵਰ ਹੈਗੇ ਉਹਨਾਂ ਨੂੰ ਮਾਸ ਖਵਾਲ ਸਕਦਾ ਹੈ ਮਾਲਕ ਪਰਮਾਤਮਾ, ਉਹਨਾਂ ਨੂੰ ਮਾਸ ਖਵਾਲ ਸਕਦਾ ਹੈ, ਇਹ ਰਾਹ ਚਲਾ ਸਕਦਾ ਹੈ। ਮੈਂ ਨਾ ਇੱਕ ਇੰਟਰਨੈਟ ਦੇ ਉੱਤੇ ਇੱਕ ਗਾਂ ਦੇਖੀ, ਕਾਲੇ ਰੰਗ ਦੀ ਗਾਂ ਦਿਖਾਈ ਉਹਨਾਂ ਨੇ, ਔਰ ਮੱਛੀਆਂ ਪਈਆਂ ਹੋਈਆਂ, ਔਰ ਦਰੜ ਜਿਹੜੀਆਂ ਮੱਛੀਆਂ ਨੂੰ ਰਗੜ ਕੇ ਖਾਈ ਜਾ ਰਹੀ ਹੈ। ਉਹ ਘਾਹ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ, ਮਾਲਕ ਸਮਰੱਥ ਹੈਗਾ, ਉਹ ਮਾਲਕ ਪਰਮਾਤਮਾ ਕੁਛ ਵੀ ਕਰਨ ਦੇ ਸਮਰੱਥ ਹੈਗਾ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ, ਕਹਿੰਦੇ ਨਦੀਆਂ ਹੋਣਗੀਆਂ ਉਹਨਾਂ ਦੇ ਵਿੱਚ ਜ਼ਮੀਨ ਆ ਜਾਏਗੀ, ਨਦੀ ਹਟ ਜਾਏਗੀ ਉੱਥੋਂ, ਟਿੱਬੇ ਹੋ ਜਾਣਗੇ ਉੱਪਰ। ਥਲੀ ਕਰੇ ਅਸਗਾ, ਥਲ ਹੋਏਗਾ, ਥਲ ਨੂੰ ਜਿਹੜਾ ਹੈਗਾ ਉੱਥੇ ਸਮੁੰਦਰ ਪੈਦਾ ਕਰ ਦੇਗਾ, ਡੂੰਘਾ ਸਮੁੰਦਰ ਪੈਦਾ ਕਰ ਦੇਗਾ, ਡੂੰਘਾ ਪਾਣੀ ਲਿਆ ਦੇਗਾ ਉਸ ਜਗ੍ਹਾ ਦੇ ਉੱਤੇ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਇੱਕ ਨੀਵੇਂ ਬੰਦੇ ਨੂੰ ਜਿਹੜਾ ਹੈਗਾ ਰਾਜਾ ਬਣਾ ਸਕਦਾ ਹੈ ਮਾਲਕ ਪਰਮਾਤਮਾ, ਜਿਹਨੂੰ ਕੋਈ ਨਹੀਂ ਜਾਣਦਾ ਉਹਨੂੰ ਰਾਜਾ ਬਣਾ ਦਿੰਦਾ ਹੈ ਮਾਲਕ ਪਰਮਾਤਮਾ। ਔਰ ਲਸ਼ਕਰ ਜਿਹੜਾ ਹੈਗਾ, ਲਸ਼ਕਰ ਜਿਹੜਾ ਫੌਜ ਹੈ, ਰਾਜਾ ਮਹਾਰਾਜਾ, ਉਹਨੂੰ ਜਿਹੜਾ ਹੈਗਾ ਸੁਆਹ ਕਰ ਸਕਦਾ ਹੈ ਮਾਲਕ ਪਰਮਾਤਮਾ। ਜੇਤੇ ਜੀ ਜੀਵੇਂ ਲੈ ਸਾਹਾ ਜਿਵਾਲੇ ਤਾਂ ਕਿ ਅਸਾਹ, ਕਹਿੰਦੇ ਜਿੰਨੇ ਵੀ ਜੀ ਹੈਗੇ ਆਕਸੀਜਨ ਦੇ ਨਾਲ, ਸਾਹ ਦੇ ਨਾਲ ਜਿਉਂਦੇ ਰਹਿੰਦੇ ਆ, ਤੇ ਮਾਲਕ ਦੀ ਮਰਜ਼ੀ ਹੈਗੀ ਤੇ ਕੀ ਉਹ ਸਾਹ ਤੋਂ ਬਗੈਰ ਨਹੀਂ ਜਿਵਾ ਸਕਦਾ? ਕਹਿੰਦੇ ਉਹ ਸਾਹ ਤੋਂ ਬਗੈਰ ਵੀ ਜਿਵਾ ਸਕਦਾ ਹੈ ਜੇ ਮਾਲਕ ਚਾਹੇ ਤੇ। ਨਾਨਕ ਜਿਉਂ-ਜਿਉਂ ਸੱਚੇ ਭਾਵੈ ਤਿਉਂ-ਤਿਉਂ ਦੇ ਗਿਰਾਹ, ਜਿਸ ਤਰੀਕੇ ਦੇ ਨਾਲ ਵੀ ਮਾਲਕ ਪਰਮਾਤਮਾ ਦੀ ਮਰਜ਼ੀ ਹੁੰਦੀ ਆ, ਉਹ ਜਿਹੜੇ ਜੀਵਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਗਰਾਹੀ ਦਿੰਦਾ ਹੈ, ਉਹਨਾਂ ਨੂੰ ਭੋਜਨ ਦਿੰਦਾ ਹੈ, ਜਿਸ ਤਰ੍ਹਾਂ ਮਾਲਕ ਪਰਮਾਤਮਾ ਦੀ ਮਰਜ਼ੀ ਹੁੰਦੀ ਆ। ਨਾਨਕ ਜਿਉਂ-ਜਿਉਂ ਸੱਚੇ ਭਾਵੈ ਤਿਉਂ-ਤਿਉਂ ਦੇ ਗਿਰਾਹ, ਜੋ ਡਿਮਾਂਡ, ਜਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ, ਜਿਸ ਤਰ੍ਹਾਂ ਦੀ ਗਤੀ ਹੁੰਦੀ ਹੈ, ਜਿਸ ਤਰ੍ਹਾਂ ਦੀ ਚੋਇਸ ਹੁੰਦੀ ਹੈ, ਉਹ ਮਾਲਕ ਪਰਮਾਤਮਾ ਉਸ ਤਰ੍ਹਾਂ ਦਾ ਉਹਨੂੰ ਭੋਜਨ ਦਿੰਦਾ ਹੈ। ਤੇ ਇਹਦੇ ਉੱਤੇ ਵੀਰ ਜੀ ਕੁਝ ਕਹਿਣਾ ਤੇ ਦੇਖ ਲਓ। ਇਹ ਤੇ ਵੀਰ ਜੀ ਇਹੀ ਹੈਗਾ ਕਿ ਇਹਦੇ ਵਿੱਚ ਇਨਸਾਨ ਨੂੰ ਮਤਲਬ ਦੱਸਣਾ ਚਾਹਿਆ ਇਹਦੇ ਵਿੱਚ ਕਿ ਪ੍ਰਭੂ ਦੀ ਇੰਨੀ ਪਾਵਰ ਹੈਗੀ ਆ, ਪ੍ਰਭ ਭਾਵੇ ਬਿਨ ਸਾਹਸ ਤੇ ਰੱਖ ਕੇ ਉਹ ਕੁਛ ਵੀ ਕਰ ਸਕਦਾ, ਕੁਛ ਵੀ ਕਰ ਸਕਦਾ। ਜਿੱਥੇ ਸਮੁੰਦਰ ਆ ਉੱਥੇ ਪਹਾੜ ਲਿਆ ਸਕਦਾ, ਜਿੱਥੇ ਪਹਾੜ ਆ ਉੱਥੇ ਸਮੁੰਦਰ ਲਾ ਸਕਦਾ। ਸ਼ੇਰਾਂ ਨੂੰ ਬੱਕਰੀ ਬਣਾ ਸਕਦਾ, ਬੱਕਰੀ ਨੂੰ ਸ਼ੇਰ ਬਣਾ ਸਕਦਾ। ਉਹਨਾਂ ਨੂੰ ਮਾਸਾਹਾਰੀਆਂ ਨੂੰ ਘਾਹ ਖਵਾ ਸਕਦਾ, ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਸਕਦਾ। ਕੁਛ ਵੀ, ਨਦੀਆਂ ਦੀ ਜਗ੍ਹਾ ਟਿੱਬੇ, ਟਿੱਬਿਆਂ ਦੀ ਜਗ੍ਹਾ ਨਦੀਆਂ, ਉਹ ਜਿੰਨੇ ਵੀ ਮਤਲਬ ਪਰਮਾਤਮਾ ਮਤਲਬ ਕੁਛ ਵੀ ਕਰ ਸਕਦਾ, ਇਨਫਿਨਿਟੀ ਆ। ਤੇ ਇੱਕ ਤਾਂ ਇਹ ਆ ਵੀਰ ਜੀ, ਇਹਦੇ ਕਿਤੇ ਜਿਹੜੇ ਬੰਦੇ ਹੰਕਾਰ ਕਰਦੇ ਆ ਨਾ ਜੀ, ਕਿ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਤੂੰ ਮੈਨੂੰ ਜਾਣਦਾ ਨਹੀਂ, ਵੀ ਤੂੰ ਤਾਂ ਚੀਜ਼ ਹੀ ਕੁਛ ਨਹੀਂ ਹੈਗਾ। ਇੱਕ ਸਾਹ ਦੀ ਚੀਜ਼ ਹੈ ਤੇਰੇ, ਜੇ ਇੱਕ ਸਾਹ ਵੀ ਜੇ ਪ੍ਰਮਾਤਮਾ ਨਾ ਦੇਵੇ ਤਾਂ ਤੂੰ ਖਤਮ ਹੋ ਜਾਏਗਾ ਜੀ। ਤੇ ਇਹਦੇ ਦੱਸਿਆ ਕਿ ਇੰਪੋਸੀਬਲ ਵੀ ਪੋਸੀਬਲ ਹੋ ਸਕਦਾ। ਔਰ ਦੂਸਰਾ ਇਹ ਵੀ ਇਹਦੇ ਵਿੱਚ ਇਹ ਮਿਲਦਾ ਜੀ ਕਿ ਜਦੋਂ ਪ੍ਰਭੂ ਦੀ ਇੰਨੀ ਪਾਵਰ ਆ ਤੇ ਤੈਨੂੰ ਆਪਣੇ ਆਪ ਨੂੰ ਇਨਫੀਰੀਟ ਕੰਪਲੈਕਸ ਵੀ ਨਹੀਂ ਰੱਖਣ ਦੀ ਲੋੜ ਕਿ ਤੂੰ ਕੁਛ ਵੀ ਆਪਣੇ ਆਪ ਨੂੰ ਘਟੀਆ ਸਮਝੇ, ਮਾੜੀ ਸੋਚ ਹੋਵੇ, ਵੀ ਤੈਨੂੰ ਵੀ ਭਗਤ ਬਣਾ ਸਕਦਾ। ਚਾਹੇ ਤੇਰਾ ਕਿੰਨਾ ਵੀ ਮਤਲਬ ਤੂੰ ਪਿੱਛੇ ਆ, ਅਨਪੜ੍ਹ ਆ, ਮੂਰਖ ਆ, ਕੁਛ ਵੀ ਆ, ਤੇ ਤੂੰ ਵੀ ਅਗਰ ਪ੍ਰਮਾਤਮਾ ਦਾ ਹੁਕਮ ਮੰਨੇ ਤਾਂ ਤੈਨੂੰ ਵੀ ਉਹ ਬਾਦਸ਼ਾਹ ਬਣਾ ਸਕਦਾ, ਪ੍ਰਮਾਤਮਾ ਬਣਾ ਸਕਦਾ। ਤੋ ਨਾਨਕ ਜਿਉਂ-ਜਿਉਂ ਸੱਚੇ ਭਾਵੇ ਤਿਉਂ-ਤਿਉਂ ਦੇ ਗਿਰਾ, ਮਤਲਬ ਇਹ ਪ੍ਰਭੂ ਦੇ ਭਾਉਣ ਦੀ ਗੱਲ ਆ, ਉਹਦੇ ਖੁਸ਼ ਹੋਣ ਦੀ ਗੱਲ ਆ, ਉਹਦੀ ਮਿਹਰਬਾਨੀ ਦੀ ਲੋੜ ਆ। ਉਹਨੂੰ ਜਚਨ, ਉਹਨੂੰ
जब कोई भी जीव जाजे ਤਾਂ ਉਹ ਜਿੱਤਣਾ ਜ਼ਰੂਰੀ ਹੈ, ਬਾਕੀ ਕੋਈ ਕੰਡੀਸ਼ਨ ਨਹੀਂ ਹੈਗੀ। ਉਹ ਮੂਰਖਾਂ ਨੂੰ ਵੀ ਉਹ ਪ੍ਰਮਾਤਮਾ ਬਣਾ ਸਕਦਾ। ਤੇ ਜਿਹੜੇ ਕਾਰੀ ਉਹਨਾਂ ਦਾ ਹੰਕਾਰ ਘਟਾਉਣ ਵਾਸਤੇ, ਔਰ ਜਿਹੜੇ ਜੀਵ ਬਿਲਕੁਲ ਹੀ ਆਪਣੇ ਆਪ ਨੂੰ ਸਭ ਤੋਂ ਪਿਆਰਾ ਸਮਝਦੇ, ਸਾਰੀ ਦੁਨੀਆ ਨੇ ਨਿਆਰੇ ਹੋਏ ਆ, ਅਗਰ ਪ੍ਰਭੂ ਨੂੰ ਉਹ ਜੱਜ ਜਾਵੇ, ਉਹਨੂੰ ਵੀ ਬਾਦਸ਼ਾਹ ਬਣਾ ਸਕਦਾ, ਪ੍ਰਭੂ ਬਣਾ ਸਕਦਾ। ਤੇ ਮਾਤਾ ਵੀਰ ਜੀ ਇਹ ਜਾਣ ਦੇ ਵਿੱਚ ਹਾਂਜੀ ਹਾਂਜੀ ਬੇਟੀ, ਇਹ ਇਸ ਤੋਂ ਅੱਗੇ ਜਿਹੜਾ ਹੈਗਾ ਸ਼ਲੋਕ ਮਹੱਲਾ ਪਹਿਲਾ, ਇੱਕ ਮਾਸਹਾਰੀ ਇੱਕ ਤ੍ਰਿਣ ਖਾਏ। ਇਹਦੇ ਵਿੱਚ ਮਹਾਰਾਜ ਦੱਸ ਰਹੇ ਪਾਏ ਵੀ ਦੁਨੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਰਮਾਤਮਾ ਨੇ ਜਿਹੜੇ ਹੈਗੇ ਜੀਵ ਤਰ੍ਹਾਂ ਤਰ੍ਹਾਂ ਦੇ ਪੈਦਾ ਕੀਤੇ ਹੋਏ ਆ, ਔਰ ਤਰ੍ਹਾਂ ਤਰ੍ਹਾਂ ਦੇ ਸਵਾਦ ਰੱਖੇ ਹੋਏ ਆ ਮਾਲਕ ਪਰਮਾਤਮਾ ਨੇ। ਇਨਸਾਨ ਦੇ ਵਾਸਤੇ ਤਾਂ 36 ਪ੍ਰਕਾਰ ਦੇ ਭੋਜਨ ਰੱਖੇ ਆ ਮਾਲਕ ਪਰਮਾਤਮਾ ਨੇ। ਔਰ ਇਹਦੇ ਵਿੱਚ ਜਿਹੜਾ ਹੈਗਾ ਸਾਰ ਵਸਤੂ ਕੀ ਹੈਗੀ ਸੰਸਾਰ ਦੇ ਵਿੱਚ, ਕੀ ਇਹ ਪਦਾਰਥ ਭੋਗਣੇ, ਖਾਣਾ ਪੀਣਾ ਜਿਹੜਾ ਹੈਗਾ, ਬਸ ਇਹੀ ਹੈ ਸਾਰ ਵਸਤੂ। ਆਹ ਚੀਜ਼ ਮਹਾਰਾਜ ਇਸ ਸ਼ਲੋਕ ਦੇ ਵਿੱਚ ਆਪਾਂ ਨੂੰ ਗਿਆਨ ਦੇਣਗੇ। ਇੱਕ ਮਹੱਲਾ ਪਹਿਲਾ, ਇੱਕ ਮਾਸਹਾਰੀ ਇੱਕ ਤ੍ਰਿਣ ਖਾਏ। ਕਹਿੰਦੇ ਇੱਕ ਮਾਸਾਹਾਰੀ ਮਾਲਕ ਨੇ ਬਣਾਇਆ, ਇੱਕ ਘਾਹ ਖਾਂਦੇ ਆ, ਇੱਕ ਨਾ 36 ਅੰਮ੍ਰਿਤ ਪਾਏ। ਇੱਕ ਇਨਸਾਨ ਹੈਗੇ 36 ਪ੍ਰਕਾਰ ਦੇ ਅੰਮ੍ਰਿਤ ਹੈਗੇ ਉਹਦੇ ਕੋਲ, ਭੋਜਨ ਹੈਗੇ ਡਿਫਰੈਂਟ ਟਾਈਪ ਦੇ। ਇੱਕ ਮਿੱਟੀਆਂ ਖਾਏ, ਤੇ ਮਿੱਟੀ ਦੇ ਵਿੱਚ ਕਹਿੰਦੇ ਮਿੱਟੀ ਹੀ ਖਾਂਦੇ ਆ, ਗੰਡੋਏ ਜਿਹੜੇ ਹੁੰਦੇ ਆ ਉਹ ਮਿੱਟੀ ਦੇ ਨਾਲ ਹੀ ਗੁਜ਼ਾਰਾ ਕਰ ਲੈਂਦੇ ਆ। ਇੱਕ ਪੌਣ ਸੁਮਾਰ, ਇੱਕ ਜਿਹੜੇ ਜੋਗੀ ਹੁੰਦੇ ਆ ਉਹ ਜਿਹੜੇ ਹੈਗੇ ਆ ਉਹ ਹਵਾ ਦੇ ਨਾਲ ਹੀ ਜਿਹੜੇ ਹੈਗੇ ਐਸਾ ਜਿਹੜੀ ਸਿੱਧੀ ਪ੍ਰਾਪਤ ਕਰ ਲੈਂਦੇ ਆ, ਯੋਗ ਸਾਧਨਾ ਕਰ ਲੈਂਦੇ ਆ, ਤੇ ਉਹ ਜਿਹੜੇ ਹੈਗੇ ਹਵਾ ਦੇ ਵਿੱਚੋਂ ਹੀ ਤੱਤ ਲੈ ਲੈਂਦੇ ਆ। ਇੱਕ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਇੱਕ ਐਸੇ ਵੀ ਹੈਗੇ ਨਿਰੰਕਾਰੀ, ਆਕਾਰ ਦੇ ਨਾਲ ਨਹੀਂ ਜੁੜਦੇ, ਉਹ ਪਰਮਾਤਮਾ ਦੇ ਨਾਲ ਜੁੜਦੇ ਆ। ਉਹਨਾਂ ਦਾ ਆਧਾਰ ਜਿਹੜਾ ਹੈਗਾ ਪਰਮੇਸ਼ਰ ਦੀ ਬੰਦਗੀ ਹੈਗੀ। ਜੀਵੈ ਦਾਤਾ ਮਰੇ ਨਾ ਕੋਏ। ਜੀਵੈ ਦਾਤਾ ਮਤਲਬ ਜਿਹੜਾ ਹੈ ਵੀ ਪਰਮਾਤਮਾ ਜਿਉਂਦਾ ਹੈ, ਮਰੇ ਨਾ ਕੋਏ ਨਹੀਂ। ਇਹਦਾ ਮਤਲਬ ਹੈ ਜਿਹੜਾ ਵੀ ਇਨਸਾਨ ਉਸ ਮਾਲਕ ਪਰਮਾਤਮਾ ਦੀ ਬੰਦਗੀ ਕਰਦਾ ਹੈ, ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ, ਜਿਹੜਾ ਮਾਲਕ ਪਰਮਾਤਮਾ ਦੀ ਬੰਦਗੀ ਕਰਦਾ ਆ, ਮਰੇ ਨਾ ਕੋਏ, ਉਹ ਜਿਹੜਾ ਹੈਗਾ ਇਹ ਮਨੁੱਖੀ ਜੂਨ ਪਾ ਕੇ ਜਿਹੜਾ ਹੈਗਾ ਇਹਨੂੰ ਹਾਰੇਗਾ ਨਹੀਂ। ਕੋਈ ਵੀ ਹਰੇਕ ਬੰਦਾ ਜਿਹੜਾ ਵੀ ਪਰਮੇਸ਼ਰ ਦੇ ਨਾਲ ਨਿਰੰਕਾਰੀ ਦੇ ਨਾਲ ਜੁੜਿਆ ਆ ਉਹ ਮਰੇਗਾ ਨਹੀਂ ਭਾਈ, ਉਹ ਆਤਮਿਕ ਮੌਤ ਨਹੀਂ ਮਰੇਗਾ। ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਏ ਨਾ ਹੀ ਮਨ ਸੋਏ। ਔਰ ਦੂਸਰੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਯਾਦ ਨਹੀਂ ਹੈ, ਧਿਆਨ ਨਹੀਂ ਹੈ, ਬੰਦਗੀ ਨਹੀਂ ਹੈਗੀ, ਤੇ ਉਹ ਭਾਈ ਮੁੱਠੇ ਗਏ, ਲੁੱਟੇ ਗਏ, ਠਗੇ ਗਏ। ਜਿਨ੍ਹਾਂ ਦੇ ਮਨ 'ਚ ਉਹ ਮਾਲਕ ਪਰਮਾਤਮਾ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਇਹਦੇ ਵਿੱਚ ਦੇਖੋ ਦੱਸਿਆ ਹੈਗਾ ਕਿ ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ। ਇਹ ਮਾਸਾਹਾਰੀ ਜਿਵੇਂ ਜਾਨਵਰ ਹੁੰਦੇ ਆ ਤੇ ਘਾਹ ਫੂਸ ਖਾਣ ਵਾਲੇ ਵੀ ਆਪਾਂ ਨੂੰ ਪਤਾ, ਗਾਈਆਂ ਮੱਝਾਂ ਵਗੈਰਾ, ਉਹ ਮਾਸਾਹਾਰੀ ਘਾਹ ਨਹੀਂ ਖਾ ਸਕਦੇ, ਘਾਹ ਖਾਣ ਵਾਲੇ ਮਾਸਾਹਾਰੀ ਨਹੀਂ ਖਾ ਸਕਦੇ। ਇਹ ਪ੍ਰਭੂ ਦੇ ਹੁਕਮ ਵਿੱਚ ਰਹਿੰਦੇ ਆ। ਲੇਕਿਨ ਅਗਰ ਪ੍ਰਭੂ ਚਾਹੇ ਤਾਂ ਇਹ ਖਾ ਸਕਦਾ, ਮਾਸਾਹਾਰੀਆਂ ਨੂੰ ਘਾਹ ਵੀ ਖਵਾ ਸਕਦਾ ਤੇ ਘਾਹ ਖਾਣ ਵਾਲਿਆਂ ਨੂੰ ਮੀਟ ਵੀ ਖਵਾ ਸਕਦਾ ਮਾਸਾਹਾਰੀ। ਇੱਕ ਮਿੱਟੀਆ ਖਾਏ। ਮਿੱਟੀ 'ਚ ਰਹਿਣ ਵਾਲੇ ਉਹ ਜਿੰਨੇ ਵੀ ਰਿੰਗਣ ਵਾਲੇ, ਥੱਲੇ ਧਰਤੀ ਤੇ ਰਿੰਗਣ ਵਾਲੇ, ਦੌੜਨ ਵਾਲੇ, ਰਹਿਣ ਵਾਲੇ ਜਾਨਵਰ, ਉਹ ਜ਼ਿਆਦਾ ਮਿੱਟੀ ਖਾਂਦੇ ਆ। ਇੱਕ ਪੌਣ ਸਮਾਰ, ਹੁਣ ਜਿੰਨੇ ਵੀ ਉੱਪਰਲੇ ਸਮਝ ਲਓ ਤੁਸੀਂ ਆਕਾਸ਼ ਵਿੱਚ ਜਿੰਨੇ ਵੀ ਪੰਛੀ ਆ, ਬਹੁਤ ਸਾਰੇ ਪੰਛੀ ਆ ਜਿਹੜੇ ਆਕਾਸ਼ ਵਿੱਚ ਹੀ ਰਹਿੰਦੇ ਆ, ਥੱਲੇ ਨਹੀਂ ਆਉਂਦੇ ਗੇ। ਉੱਥੇ ਹੀ ਸਾਰਾ ਕੁਝ ਉਹ ਅੰਡੇ ਦਿੰਦੇ ਆ, ਔਰ ਧਰਤੀ ਤੇ ਆਉਣ ਤੋਂ ਪਹਿਲਾਂ ਉਹਨਾਂ ਦੇ ਆਂਡਿਆਂ ਚੋਂ ਬੱਚੇ ਨਿਕਲ ਕੇ ਉਹ ਬੇਰ ਉੱਡ ਜਾਂਦੇ ਆ, ਮਤਲਬ ਧਰਤੀ ਤੇ ਨਹੀਂ ਆਉਂਦੇ, ਤੇ ਉਹ ਪੌਣ ਹੀ ਖਾਂਦੇ ਹੈਗੇ ਆ। ਇਹਦਾ ਮਤਲਬ ਕੀ ਆ, 3 ਕੈਟੇਗਰੀਆਂ ਤਾਂ ਇਹ ਹੋ ਗਈਆਂ। ਚੌਥੀ ਕੈਟੇਗਰੀ ਆ ਇੱਕ ਨਾ 36 ਅੰਮ੍ਰਿਤ ਪਾਏ। ਤਾਂ 36 ਅੰਮ੍ਰਿਤ ਆ ਜਿਹੜੀਆਂ ਆਪਾਂ 3 ਕੈਟੇਗਰੀਆਂ ਉਹਨਾਂ ਵਾਸਤੇ ਨਹੀਂ ਹੈ। 36 ਅੰਮ੍ਰਿਤ ਹੈਗੇ ਆ ਇਨਸਾਨ ਵਾਸਤੇ। ਮਤਲਬ ਇਨਸਾਨ ਨੂੰ ਇਹਦੇ ਵਿੱਚ ਕਿੰਨਾ ਉੱਤਮ ਦੱਸਿਆ ਕਿ ਜੀ ਤੈਨੂੰ ਮੈਂ ਇੰਨੀ ਆਜ਼ਾਦੀ ਦਿੱਤੀ ਆ ਕਿ ਤੂੰ 36
36 ਦਾ ਮਤਲਬ ਹੁੰਦਾ ਕਿ ਅਨਲਿਮਿਟਿਡ, ਇਹਦਾ ਮਤਲਬ 36 ਨਹੀਂ, 36 ਜਿੰਨੇ 7 ਦੇ ਥੱਲੇ ਪ੍ਰਮਾਤਮਾ ਨੇ ਮਤਲਬ ਜਿੰਨੇ ਵੀ ਅਵੇਲੇਬਲ ਹੈਗੇ ਆ ਉਹ ਸਾਰੇ ਹੀ ਖਾ ਸਕਦਾ, ਮਾंस ਵੀ ਖਾ ਸਕਦਾ ਉਹ, ਤੇ ਆਪਣਾ ਵੈਜੀਟੇਰੀਅਨ ਵੀ, ਸਾਗ ਵੀ ਖਾ ਸਕਦਾ, ਕੁਛ ਵੀ ਖਾ ਸਕਦਾ। ਮਤਲਬ ਕਈ ਉਹਦੀ ਸਿਹਤ ਵਾਸਤੇ ਨਾ ਵੀ ਠੀਕ ਹੋਣ ਪਰ ਖਾ ਤਾਂ ਸਕਦਾ ਹੈਗਾ। ਇਹ ਇੱਕ ਆਜ਼ਾਦੀ ਦੱਸਿਆ ਕਿ ਇਹ ਜੀਵ, ਇਹ ਇਨਸਾਨ ਮਾਨੁਸ਼, ਤੈਨੂੰ ਮੈਂ ਇੰਨੀ ਆਜ਼ਾਦੀ ਦਿੱਤੀ ਆ। ਔਰ ਜਿਹੜੇ ਬਾਕੀ ਆ ਥੱਲੇ ਵਾਲੇ ਲੈਵਲ ਦੀਆਂ ਜੂਨਾਂ ਨੇ, ਉਹ ਤਾਂ ਜਿੱਥੇ ਉਹਨੇ ਲਾਇਆ ਜਿਹੜਾ ਖਵਾਉਣਾ ਉਹ ਹੀ ਖਾ ਸਕਦਾ। ਪਰਮਾਤਮਾ ਦੀ ਮਰਜ਼ੀ ਬਿਨਾਂ ਉਹ ਉਹਦੇ ਵਿੱਚੋਂ ਨਹੀਂ ਨਿਕਲ ਸਕਦੇ। ਮਤਲਬ ਕਿ ਪਿਛਲਾ ਜਿਹੜਾ 12ਵੀਂ ਪੌੜੀ ਆ ਉਹਦੇ ਮਤਲਬ ਕੰਟੀਨਿਊਟੀ ਵਿੱਚ ਹੀ ਇਹ ਗਿਆਨ ਅੱਗੇ ਚੱਲ ਰਿਹਾ। ਇੱਕ ਨਿਰੰਕਾਰੀ ਨਾਮ ਆਧਾਰ। ਸੋ ਨਿਰੰਕਾਰੀ ਮਤਲਬ ਜਿਹੜੇ ਬਿਨਾਕਾਰ ਤੋਂ ਤਾਂ ਪ੍ਰਮਾਤਮਾ ਹੈ, ਤੇ ਜਾਂ ਅਸੀਂ ਵੀ ਬਣ ਸਕਦੇ ਹਾਂ ਜਦੋਂ ਸਾਨੂੰ ਨਾਮ ਆਧਾਰ ਹੋ ਗਿਆ ਸਾਡਾ। ਮਤਲਬ ਕਿ ਸਾਨੂੰ ਨਾਮਧਾਰੀ ਹੋਣਾ ਪਵੇਗਾ। ਤੇ ਜਦੋਂ ਅਸੀਂ ਨਾਮਧਾਰੀ ਹੋ ਜਾਵਾਂਗੇ, ਨਾਮ ਦਾ ਆਧਾਰ ਹੋ ਜੂ, ਸਾਡਾ ਮੂਲ ਨਾਮ ਹੋ ਜਾਊਗਾ, ਤੇ ਫਿਰ ਕੀ ਹੋ ਜੂ, ਨਾਮ, ਜਦੋਂ ਅਸੀਂ ਨਾਮਧਾਰੀ ਹੋ ਜਾਵਾਂਗੇ ਉਦੋਂ ਕੀ ਹੋਊਗਾ ਕਿ ਅਸੀਂ ਸੂਖਮ ਹੋ ਜਾਵਾਂਗੇ, ਔਰ ਉਹ ਸਾਡਾ ਸਰੀਰ ਹੈ, ਸਰੀਰ ਨਾਲੋਂ ਸਾਡਾ ਸੰਬੰਧ ਟੁੱਟ ਜਾਏਗਾ। ਤਾਂ ਹੁਣ ਕੀ ਹੈ, ਸਰੀਰ ਵੀ ਇੱਕ ਬੰਧਨ ਹੈ। ਇਹ ਜਿਹੜੀ ਸਰੀਰ ਹੈਗਾ ਇਹ ਮਾਇਆ ਦਾ ਮੂਲ ਬੰਧਨ ਹੈ। ਇਹ ਵੀ ਸਾਡਾ ਟੁੱਟ ਜੂ। ਅਗਰ ਸਾਡਾ ਸਰੀਰ ਮਰਦਾ ਹੈਗਾ ਤੇ ਉਹ ਨਹੀਂ ਮਰੇਗਾ। ਅਗਰ ਸਾਡਾ ਸਰੀਰ ਬਿਮਾਰ ਹੁੰਦਾ ਹੈ ਉਹ ਜੀਵ ਨਹੀਂ ਹੋਏਗਾ। ਅਗਰ ਸਾਨੂੰ ਕੱਟਿਆ ਜਾਂਦਾ, ਵੱਢਿਆ ਜਾਂਦਾ, ਕੋਈ ਵੀ ਕਸ਼ਟ ਦਿੱਤਾ ਜਾਂਦਾ ਹੈਗਾ ਸਰੀਰ ਨੂੰ, ਤੇ ਉਹਦੇ ਤੇ ਕੋਈ ਅਸਰ ਨਹੀਂ ਹੋਊਗਾ। ਉਹ ਆਪਣੀਆਂ ਮਤਲਬ ਐਗਜ਼ਾਮਪਲਾਂ ਹੈਗੀਆਂ ਨੇ, ਜਿਵੇਂ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਪਾਇਆ ਗਿਆ, ਸਿੱਖਾਂ ਨੂੰ ਮਤਲਬ ਕਿਵੇਂ ਚੀਰਿਆ ਗਿਆ, ਕੀ ਕੁਛ ਕੀਤਾ ਗਿਆ। ਆਮ ਇਨਸਾਨ ਤਾਂ ਨਹੀਂ ਚੱਲ ਸਕਦਾ ਉਹ ਕਿਉਂਕਿ ਉਹ ਵੀ ਨਿਰੰਕਾਰੀ ਬਣੇ ਹੋਏ ਆ, ਆਕਾਰ ਤੋਂ ਬਿਨਾਂ ਸੂਖਮ ਰੂਪ ਵਿੱਚ ਪਰਮਾਤਮਾ ਦਾ ਰੂਪ ਹੀ ਬਣੇ ਹੋਏ ਆ ਉਹ। ਤੇ ਫਿਰ ਉਹਨਾਂ ਨੂੰ ਭੋਜਨ ਦੀ ਲੋੜ ਨਹੀਂ, ਭੋਜਨ ਤੋਂ ਬਿਨਾਂ ਵੀ ਰਹਿ ਸਕਦੇ ਆ। ਭੋਜਨ ਦੀ ਲੋੜ ਸਾਡੇ ਸਰੀਰ ਨੂੰ ਆ, ਉਹਨਾਂ ਨੂੰ ਨਹੀਂ ਹੈਗੀ। ਜੀਵੇ ਦਾਤਾ ਮਰੇ ਨਾ ਕੋਈ। ਪਰ ਜਿਹੜਾ ਨਿਰੰਕਾਰੀ ਹੋ ਜਾਂਦਾ ਗਾ ਉਹ ਫਿਰ ਜੰਮਣ ਮਰਨ ਤੋਂ ਤਾਂ ਉਹ ਰਹਿਤ ਹੋ ਜਾਂਦਾ ਗਾ, ਜਿਉਂਦਾ ਮਰਦਾ ਨਹੀਂ ਹੈਗਾ। ਉਹ ਫਿਰ ਸਦ ਜੀਵਤ ਮੁਕਤ ਹੋ ਜਾਂਦਾ। ਜਿੰਨਾ ਸਰੀਰ 'ਚ ਵੀ ਰਹੂਗਾ ਉਹ ਮੁਕਤ ਹੋਊਗਾ ਇੱਥੋਂ। ਉਹਨੂੰ ਸਰੀਰ ਨਾਲ ਕੋਈ ਪਿਆਰ ਵੀ ਨਹੀਂ ਹੋਊਗਾ, ਨਾ ਉਹ ਲੰਬਾ ਜਿਉਣਾ ਚਾਹੁੰਦਾ। ਜਿਉਣੇ ਕੀ ਜੀਵਨ ਕੀ ਆਸ ਨੇ, ਮਰਨੇ ਕਾ ਨਹੀਂ ਪਾਓ। ਉਹ ਫਿਰ ਇਹ ਜੰਮਣ ਮਰਨ ਤੋਂ, ਦੁੱਖ ਸੁੱਖ ਤੋਂ ਉਹ ਭੁੱਲ ਜਾਂਦਾ। ਕੋਈ ਅਸਰ, ਇਹ ਨਾਨਕ ਮੋਠੇ ਜਾਏ ਨਾਨਕ ਸੋਏ। ਤੋ ਜਿਹੜੇ ਜੀਵਾਂ ਨੇ ਨਿਰੰਕਾਰੀ ਨਹੀਂ ਬਣੇ, ਪਰਮਾਤਮਾ ਮਨ ਵਿੱਚ ਨਹੀਂ ਵਸਾਇਆ, ਔਰ ਮਨ ਵਿੱਚ ਮਾਇਆ ਹੀ ਹੈ, ਮਾਇਆ ਦੇ ਬੰਧਨਾਂ ਚ ਜਕੜੇ ਹੋਏ ਆ, ਤੇ ਉਹ ਠੱਗੇ ਗਏ। ਫਿਰ ਮੁਕੀ ਇਹ ਜੀਵਨ ਉਹਨੂੰ ਇੰਨੀ ਜਲਦੀ ਨਹੀਂ ਮਿਲਣਾ। ਪਿਛਲੀਆਂ ਜੂਨਾਂ ਹੈਗੀਆਂ ਨੇ ਉਹਦੇ ਵਿੱਚ ਹੀ ਜਾਣ ਪਊਗਾ। ਔਰ ਅਗਰ ਉਹ ਇਹ ਸਾਹ ਪੈ ਗਿਆ ਹੈ, ਮਨਮੁਖਤਾ ਕਰਕੇ ਗੁਰਮੁਖ ਰਾਹ ਵਿੱਚ ਚੱਲ ਪਿਆ ਹੈ, ਪ੍ਰਭੂ ਦਾ ਮੁਖ ਹੋ ਗਿਆ ਹੈ, ਸੰਤ ਹੋ ਗਿਆ ਹੈ, ਲੇਕਿਨ ਉਹਦੇ ਸਰੀਰ ਦੀ ਆਪ ਹੋ ਗਈ, ਉਹ ਅੱਗੇ ਜ਼ਿਆਦਾ ਤਰੱਕੀ ਨਹੀਂ ਹੋ ਸਕੇ। ਉਹਦੇ ਵਿੱਚ ਮੈਂ ਸਮਝਦਾ ਕਿ ਉਸਨੂੰ ਪ੍ਰਮਾਤਮਾ ਜ਼ਰੂਰ ਨੂੰ ਅਗਲੇ ਜਨਮ ਵਿੱਚ ਜਿਹੜਾ ਵੀ ਉਹਦਾ ਸਟੇਟਸ, ਸਪਿਰਚੁਅਲ ਸਟੇਟਸ ਹੈ, ਉਸ ਸਟੇਟ ਲਿਆ ਕੇ ਉਹਨੂੰ ਜ਼ਰੂਰ ਮੌਕਾ ਦੇਊਗਾ ਕਿ ਮਨੁੱਖਾ ਜਨਮ ਵੀ ਦੇ ਸਕਦਾ। ਸੋ ਇਸ ਵਿੱਚ ਹੀ ਦੱਸਿਆ ਹੈ ਕਿ ਜਿਹਨੂੰ ਆਜ਼ਾਦੀ ਮਿਲੀ ਹੈਗੀ, ਕੁਛ ਵੀ ਸਕਦਾ, ਨਿਰੰਕਾਰੀ ਵੀ ਹੋ ਸਕਦਾ, ਔਰ ਤੂੰ ਠੱਗਿਆ ਵੀ ਜਾ ਸਕਦਾ। ਅਗਰ ਮਾਇਆ ਦਾ ਬੰਧਨ ਨਹੀਂ ਤੋੜੇ, ਤੈਨੂੰ ਪਿਛਲੀਆਂ ਜੂਨਾਂ ਦੇ ਵਿੱਚ ਵੀ 80 ਲੱਖ ਜੂਨਾਂ ਦੇ ਵਿੱਚ ਜਾਂਦਾ ਥੋੜਾ ਜੈਮ ਵੀਰ ਜੀ ਤੁਹਾਡੀ ਪਏਗਾ। ਇਹੀ ਨਰਕ। ਵੀਰ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਬਹੁਤ ਮਿਊਟ ਹੋ ਰਹੀ ਹੈ ਨਾ, ਸਮਝ ਨਹੀਂ ਆਏਗੀ। ਰਿਕਾਰਡਿੰਗ ਤੁਸੀਂ ਚੈੱਕ ਕਰ ਲੈਣਾ।
ਬਹੁਤ ਜ਼ਿਆਦਾ। ਵੀਰ ਜੀ ਗੋਤੀ ਵੀਰ ਜੀ ਨੂੰ ਥੋੜਾ ਬੇਨਤੀ ਕਰਦੀ ਹੈ, ਉਹ ਵੀ ਥੋੜਾ ਇਨਲਾਈਟਨ ਕਰ ਦੇਣਗੇ, ਬੈਠੇ ਆ ਵਿੱਚ। ਅੱਛਾ ਆ ਗਏ ਫਿਰ ਤਾਂ ਉਹਨਾਂ ਤੋਂ ਹਾਂਜੀ ਹਾਂਜੀ, ਮੈਂ ਤਾਂ ਦੇਖਿਆ ਹੀ ਨਹੀਂ। ਹਾਂਜੀ ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਸ਼ੁਰੂ ਤੇ ਠੀਕ ਸੀ, ਬਾਅਦ ਚ ਲੱਗਦਾ ਗਿੱਲ ਸਾਹਿਬ ਦਾ ਨਾ ਮਾਈਕ ਸਿਗਨਲ ਦੀ ਪ੍ਰੋਬਲਮ ਹੋ ਗਈ। ਨਹੀਂ, ਇੰਟਰਨੈਟ ਖਰਾਬ ਕਰਦੇ ਰਲ ਮਿਲ। ਹਾਂਜੀ, ਇੰਟਰਨੈਟ ਖਰਾਬ ਹੋ ਗਿਆ ਉਹਨਾਂ ਦਾ। ਹਾਂ, ਕੋਈ ਗੱਲ ਨਹੀਂ। ਅੱਛਾ, ਇਹ ਫਿਰ ਬੋਲਿਓ ਨਿੱਜਾ ਸਾਹਿਬ, ਫਿਰ ਥੋੜਾ ਤੁਰ ਪਈਏ, ਟਾਈਮ ਥੋੜਾ ਹੀ ਰਹਿ ਗਿਆ ਵੈਸੇ। ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਮਹਾਰਾਜ ਜਿਹੜੇ ਹੈਗੇ ਦੱਸ ਰਹੇ ਆ ਕਿ ਵੀ ਪਰਮਾਤਮਾ ਨੇ ਜਿਹੜੇ ਹੈਗੇ ਜਿਸ ਤਰ੍ਹਾਂ ਦੇ ਜੀਵ ਬਣਾਏ ਹੋਏ ਆ, ਕਹਿੰਦੇ ਇੱਕ ਮਾਸ ਖਾਣ ਵਾਲੇ ਬਣਾਏ ਆ, ਇੱਕ ਘਾਹ ਖਾਣ ਵਾਲੇ ਬਣਾਏ ਆ, ਇੱਕ ਇਨਸਾਨ ਬਣਾਏ ਆ ਜਿਹੜੇ ਕਿ 36 ਅੰਮ੍ਰਿਤ ਆ, ਦੋਨੋਂ ਪਾਸੇ ਕੁਛ ਵੀ ਖਾ ਸਕਦੇ ਆ, ਉਹਨਾਂ ਦੀ ਚੁਆਇਸ ਹੈਗੀ ਆ। ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ, ਗੰਡੋਏ ਜਿਹੜੇ ਮਿੱਟੀ ਖਾਂਦੇ ਆ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਜਿਹੜੇ ਹੈਗੇ ਹਵਾ ਦੇ ਨਾਲ ਹੀ ਜਿਹੜੇ ਹੈਗੇ ਜੋਗੀ ਲੋਕ ਜਿਹੜੇ ਹੈਗੇ, ਇਹ ਸਿੱਧ ਲੋਕ ਜਿਹੜੇ ਹੈਗੇ, ਇਹ ਹਵਾ ਦੇ ਨਾਲ ਹਵਾ ਤੋਂ ਹੀ ਤੱਤ ਲੈ ਸਕਦੇ ਸੀਗੇ। ਅਤੇ ਹੁਣ ਗਿੱਲ ਸਾਹਿਬ ਕਹਿੰਦੇ ਕੋਈ ਐਸੇ ਪੰਛੀ ਵੀ ਹੁੰਦੇ ਜਿਹੜੇ ਹਵਾ ਨਾਲ ਹੀ ਜਿਉਂਦੇ ਰਹਿੰਦੇ ਆ, ਔਰ ਉਹ ਤਾਂ ਮੈਨੂੰ ਤਾਂ ਨਹੀਂ ਪਤਾ ਸੀ ਉਹਦੇ ਬਾਰੇ। ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਜਿਹੜੇ ਹੈਗੇ ਐਸੇ ਹੈਗੇ ਜਿਹੜੇ ਆਕਾਰ ਤੋਂ ਰਹਿਤ, ਬਾਕੀ ਸਾਰੇ ਜਿਹੜੇ ਆਕਾਰ ਦੇ ਨਾਲ ਜੁੜੇ ਆ, ਨਿਰੰਕਾਰੀ ਜਿਹੜੇ ਹੈਗੇ ਉਹ ਆਕਾਰ ਤੋਂ ਰਹਿਤ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਨਾਮ ਦੇ ਆਧਾਰ ਦੇ ਨਾਲ ਜਿਹੜੇ ਉਹਦੀ ਬੰਦਗੀ ਵਿੱਚ ਲੱਗ ਗਏ, ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ, ਉਹ ਕਹਿੰਦੇ ਆ ਉਹ ਫਿਰ ਪਰਮਾਤਮਾ ਦੀ ਉਸਤਤ ਕਰਨ ਲੱਗ ਜਾਂਦੇ ਆ। ਜੀਵੇ ਦਾਤਾ ਮਰੇ ਨਾ ਕੋਏ, ਜਿਹੜੇ ਉਸ ਦਾਤਾ ਦੀ ਉਸਤਤ ਕਰਦੇ ਆ ਉਹਨਾਂ 'ਚੋਂ ਕੋਈ ਵੀ ਫਿਰ ਜਿਹੜਾ ਹੈਗਾ ਜੂਨਾਂ ਦੇ ਵਿੱਚ ਨਹੀਂ ਜਾਂਦੇ। ਉਹ ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ, ਜਿਹੜੇ ਉਹ ਮਾਲਕ ਪਰਮਾਤਮਾ ਦੀ ਜੈ ਕਰਨ ਲੱਗ ਪਏ, ਅਤੇ ਕਹਿੰਦੇ ਆ ਉਹਨਾਂ ਦੇ ਵਿੱਚੋਂ ਆਤਮਿਕ ਮੌਤ ਕੋਈ ਨਹੀਂ ਮਰਦਾ। ਨਾਨਕ ਮੁੱਠੇ ਜਾਏ ਨਾ ਹੀ ਮਨੇ ਸੋਏ। ਪਰ ਬਾਕੀ ਜਿਹੜੇ ਹੈਗੇ ਆ, ਜਿਹੜੇ ਮਾਇਆ ਦੇ ਨਾਲ, ਹੋਰ ਦੁਨੀਆ ਦੇ ਪਦਾਰਥਾਂ ਦੇ ਨਾਲ, 36 ਪ੍ਰਕਾਰ ਦੇ ਪਦਾਰਥਾਂ ਦੇ ਨਾਲ, ਇਹਦੇ ਨਾਲ ਹੀ ਜਿਹੜਾ ਹੈਗਾ ਜੀਵਨ ਗੁਜ਼ਾਰ ਦਿੰਦੇ ਆ, ਅਤੇ ਕਹਿੰਦੇ ਉਹ ਤਾਂ ਫਿਰ ਲੁੱਟੇ ਗਏ ਭਾਈ। ਉਹਨਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਨਹੀਂ ਹੈਗਾ, ਅਤੇ ਭਾਈ ਫਿਰ ਉਹਨਾਂ ਨੂੰ ਜਿਹੜਾ ਹੈਗਾ ਇਹ ਸਿਖਰ ਡੰਡਾ ਜਿਹੜਾ ਹੈਗਾ ਇਹ ਖੁੱਸ ਜਾਏਗਾ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਸਾਧ ਸੰਗਤ ਜੀ। ਚਲੋ, ਦੂਸਰੀਆਂ ਤੇ ਬਹੁਤ ਮਤਲਬ ਪ੍ਰਜਾਤੀਆਂ ਨੇ ਪੰਛੀਆਂ ਦੀਆਂ, ਕੀੜੇ ਮਕੌੜੇ ਪਤਾ ਹੀ ਕਿੰਨੇ ਕੇ ਹੈਗੇ ਨੇ। ਮੇਰਾ ਮੁੰਡਾ ਦੱਸਣ ਦਿਆ ਮੈਨੂੰ, ਕਮਲ, ਇੱਕ ਦਿਨ ਕਾਫੀ ਟਾਈਮ ਪਹਿਲਾਂ ਦੀ ਗੱਲ ਚੱਲੀ ਆ, ਚਲੋ ਅੱਜ ਕਥਾ ਦੇ ਨਾਲ ਜੁੜਦੀ ਹੈ ਗੱਲ। ਉਹ ਕਹਿੰਦੇ ਆ ਕਿ ਜਿਹੜਾ ਕਾਕਰੋਚ ਹੈ ਨਿੱਜਰ ਸਾਹਿਬ, ਕਾਕਰੋਚ, ਕਹਿੰਦੇ ਕਾਕਰੋਚ ਦਾ ਸਿਰ ਵੱਢਦੀ ਹੈ ਨਾ ਤੇ ਫਿਰ ਵੀ ਜਿੰਦਾ ਰਹਿੰਦਾ ਉਹ। ਤੇ ਮੈਂ ਫਿਰ ਮਰਦਾ ਕਿੱਦਾਂ? ਉਹ ਕਹਿੰਦੇ ਆ ਕਿ ਬਾਅਦ ਚ ਉਦੋਂ ਮਰ ਜਾਂਦਾ ਜਦੋਂ ਉਹਨੂੰ ਭੁੱਖ ਲੱਗਦੀ ਹੈ। ਇੱਕ ਸਮਾਂ ਆਉਂਦਾ ਹੈ ਉਹਦੇ ਅੰਦਰ ਜਿੰਨਾ ਵੀ ਹੈਗਾ ਵਾ ਉਹ ਖਤਮ ਹੋ ਜਾਏਗਾ, ਜੋ ਅੰਦਰ ਹੈਗਾ, ਉਸ ਤੋਂ ਬਾਅਦ ਮਰਦਾ ਹੈ। ਵੇਖੋ ਨਿੱਜਰ ਸਾਹਿਬ, ਕੁਦਰਤ ਕਿੱਡੀ ਵੱਡੀ ਗੱਲ ਹੈ। ਫਿਰ ਕਹਿੰਦੇ ਆ ਕਿ ਜਿਹੜਾ ਕਾਕਰੋਚ ਆ, ਇਹ ਜਿੱਥੇ ਨਿਊਕਲੀਅਰ ਬੰਬ ਡਿੱਗਦਾ ਹੈ ਨਾ, ਸਭ ਚੀਜ਼ਾਂ ਮਰ ਜਾਂਦੀਆਂ, ਪਰ ਇਹਨੂੰ ਕੁਛ ਨਹੀਂ ਹੁੰਦਾ। ਕਿੱਡਾ ਪਾਵਰਫੁਲ ਕੀੜਾ ਹੈ। ਇਹ ਹੈ ਤੇ ਅਸਕਰ ਉਹ ਡਿਜ਼ਾਈਨ ਕੀਤਾ ਤੇ ਤਾਂ ਹੀ ਤਾਂ ਹੈ ਉਹਦੇ ਵਿੱਚ, ਉਹਦੇ ਅੰਦਰ ਇੰਨੀ ਸ਼ਕਤੀ। ਖੂਨ ਨਹੀਂ ਹੁੰਦਾ ਉਹਦੇ ਵਿੱਚ, ਪਤਾ ਨਹੀਂ ਕੀ ਖੂਨ ਖਾਨ ਨਹੀਂ ਹੁੰਦਾ ਉਹਦੇ ਵਿੱਚ। ਆਹੋ, ਤੇ ਵੇਖੋ ਇਹ ਕੁਦਰਤ ਨੇ। ਹੁਣ ਅਗਲੇ ਬੰਨੇ ਮੈਂ ਹੁਣ ਗੱਲ ਚੱਲਣ ਦੇ ਅਸੀਂ ਉਹਦੀ ਪ੍ਰਕਿਰਤੀ ਦੀ, ਪਰਮਾਤਮਾ ਦੀ। ਆ ਜਿਹੜੀ ਇੱਕ ਤੇ ਸੱਪ ਹੁੰਦਾ, ਇੱਕ ਦਮੂਈ ਹੁੰਦੀ ਆ। ਉਹ ਵੇਖੋ ਉਹਦੇ ਮੂੰਹ ਦੋ ਹੁੰਦੇ ਆ, ਅੱਗੇ ਤੇ ਪਿੱਛੇ। ਇਹ ਵੇਖੋ ਉਹਦੇ ਨੇ, ਉਹਦਾ ਹੀ ਆ। ਉਹ ਕਲਾਕਾਰੀ ਆ। ਉਹ ਸਾਡੇ ਵਰਗੇ ਨੂੰ ਨਾ ਦੇਖੇ ਵੱਖਰੀ ਗੱਲ ਆ। ਇੱਕ ਸੱਪ, ਦੂਜਾ ਉਹਦਾ ਇੱਕ ਮੂੰਹ ਆ। ਹੁਣ ਦਮੂਈ ਆ, ਉਹਦੇ ਦੋ ਮੂੰਹ ਆ। ਕਿੰਨੇ ਸਮੇਂ ਤੱਕ ਇੱਕ ਮੂੰਹ ਖੁੱਲਦਾ ਹੈ, ਫਿਰ ਕਿੰਨੇ ਸਮੇਂ ਤੱਕ ਦੂਜਾ ਮੂੰਹ ਖੁੱਲਦਾ ਹੈ। ਅਬ ਜਸਟ ਦੇਖੋ ਕਿ ਉਹ ਕੀ ਨਹੀਂ ਕਰ ਸਕਦਾ, ਕਿ ਉਹ ਕਈ ਐਸੀਆਂ ਚੀਜ਼ਾਂ ਬਣਾਈਆਂ। ਹੁਣ ਆ ਜਿਹੜਾ ਆ ਦੇਖੋ, ਜਿਹੜਾ ਬਬੀਹਾ ਹੈ, ਉਹ ਕਿੱਦਾਂ ਉਹਦੇ ਸਿਰ ਤੇ ਛੇਕ ਬਣਾਇਆ, ਉੱਥੇ ਉਹਦਾ ਪਾਣੀ ਡਿੱਗਦਾ ਹੈ ਤੇ ਉਹ ਫਿਰ ਉਹਦੀ ਪਿਆਸ ਬੁਝਦੀ ਹੈ। ਦੇਖੋ ਕੀ ਉਹ ਕਲਾਕਾਰੀ ਹੈ ਪਰਮਾਤਮਾ। ਔਰ ਅਸੀਂ ਜੋ ਕੁਝ ਸੋਚਦੇ ਹਾਂ ਨਾ, ਸਾਡੀ ਸੋਚ ਦਾ ਅੰਤ ਆ, ਪਰ ਉਹਦੀ ਕਿਰਤੀ ਦਾ ਅੰਤ ਨਹੀਂ ਆ। ਸਾਡੇ ਬਾਰੇ ਜਾਂ ਤੁਹਾਡੇ ਬਾਰੇ ਮੈਂ ਲਿਖਣਾ ਚਾਹਵਾਂ ਨਾ, 5-10 ਮਿੰਟ ਤੇ ਗੱਲ ਖਤਮ ਹੋ ਜਾਣੀ ਹੈ। 5-10 ਮਿੰਟ ਤੋਂ ਵੱਧ ਨਹੀਂ ਤੁਸੀਂ ਬੋਲ ਸਕਦੇ, ਤੁਹਾਡੀ ਸਾਰੀ ਜ਼ਿੰਦਗੀ ਦੀ ਜੋ ਵੀ ਤੁਸੀਂ ਕੀਤਾ। ਪਰ ਪਰਮਾਤਮਾ ਦੀ ਇੱਕ ਚੀਜ਼ ਨੂੰ ਹੱਥ ਪਾ ਕੇ ਬਹਿ ਜਾਓ, ਤੁਸੀਂ ਗ੍ਰੰਥਾਂ ਦੇ ਗ੍ਰੰਥ ਲਿਖੀ ਜਾਓ। ਤੁਹਾਡੇ ਲਿਖਣ ਦਾ ਅੰਤ ਹੈ, ਪਰ ਉਹ ਇਹ ਨਾ ਸੋਚੋ ਕਿ ਉਹ ਚੀਜ਼ ਦਾ ਤੁਸੀਂ ਅੰਤ ਲੱਭ ਲਿਆ। ਉਹ ਅਸੀਮ ਹੈ।
ਇੱਕ ਇੱਕ ਚੀਜ਼ ਇੰਨੀ ਪਾਵਰਫੁਲ ਬਣਾਈ ਹੈ। ਔਰ ਉਸ ਪਰਮਾਤਮਾ ਦੇ ਬਾਰੇ ਆਪਾਂ ਬੰਦਗੀ ਕਰ ਰਹੇ ਹਾਂ, ਆਪਾਂ ਉਹਨੂੰ ਜਾਣਨਾ ਚਾਹੁੰਦੇ ਹਾਂ ਉਹ ਕਿੱਦਾਂ ਦਾ ਹੈ। ਫਿਰ ਬਾਣੀ ਕਹਿੰਦੀ ਹੈ ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ, ਉਹਦੀ ਕੋਈ ਰੇਖ ਨਹੀਂ ਹੈ, ਕਿਉਂਕਿ ਕਨਫਿਊਜ਼ਨ ਹੋ ਜੇ ਤੂੰ। ਇਹ ਤਿੰਨ ਚੀਜ਼ਾਂ ਤੋਂ ਪਰੇ ਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਿ ਤੇਰੀਆਂ ਇੰਦਰੀਆਂ ਦਾ ਵਿਸ਼ਾ ਨਹੀਂ ਹੋ, ਕਿਉਂਕਿ ਇੰਦਰੀਆਂ ਦੇ ਨਾਲ ਜਿਹੜੀ ਚੀਜ਼ ਤੂੰ ਦੇਖ ਰਿਹਾ ਹੈ ਨਾ, ਉਹ ਪਰਮਾਤਮਾ ਨਹੀਂ ਹੋ, ਕਿਉਂਕਿ ਇੰਦਰੀਆਂ ਜੜ ਨੂੰ ਦੇਖ ਸਕਦੀਆਂ, ਪਰਮਾਤਮਾ ਨੂੰ ਨਹੀਂ ਦੇਖ ਸਕਦੀਆਂ। ਫਿਰ ਉਹਨੂੰ ਦੇਖਣ ਦੇ ਲਈ ਕਿਹੜੀ ਇੰਦਰੀ ਚਾਹੀਦੀ ਹੈ? ਕਿਹੜੀ ਸਾਡੇ ਅੰਦਰ ਕੋਈ ਹੈ ਏਦਾਂ ਦੀ ਕੋਈ ਚੀਜ਼? ਉਹ ਫਿਰ ਤੀਜਾ ਨੇਤਰ ਹੈ। ਤੀਜਾ ਨੇਤਰ ਕਿਹੜਾ? ਜਿਹੜਾ ਤੁਹਾਡੇ ਪਿੱਛੇ ਬੈਠਾ ਹੈ, ਜਿਹਦੇ ਰਾਹੀਂ ਤੁਸੀਂ ਦੇਖ ਰਹੇ ਜੋ। ਜਦੋਂ ਤੁਹਾਡੀ ਸੁਰਤੀ ਬੈਕ ਆਫ ਹੋ ਕੇ ਉਹਦੇ 'ਚ ਸਥਿਰ ਹੋ ਜਾਂਦੀ ਹੈ, ਫਿਰ ਤੁਹਾਨੂੰ ਗਿਆਨ ਹੁੰਦਾ ਹੈ ਕਿ ਮੇਰੇ ਅੰਦਰ ਕੀ ਹੈ, ਮੈਂ ਅੰਦਰੋਂ ਕਿੱਦਾਂ ਦਾ ਹਾਂ। ਫਿਰ ਤੁਸੀਂ ਉਸ ਰੂਪ ਨੂੰ ਦੇਖਦੇ ਜੋ ਜਿਹੜਾ ਨਾ ਤੇ ਜੰਮਦਾ ਹੈ, ਨਾ ਮਰਦਾ ਹੈ, ਨਾ ਬੁੱਢਾ ਹੁੰਦਾ ਹੈ, ਜਿਹੜਾ ਤੁਹਾਡੇ ਅੰਦਰ ਬੋਲਦਾ ਹੈ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜੋ, ਉਦੋਂ ਉਹਦਾ ਰੂਪ ਦਿਖਾਈ ਦਿੰਦਾ ਹੈ। ਨਿਰਵਿਚਾਰ 'ਚ ਆਪਣਾ ਰੂਪ ਵੀ ਦਿਖਾਈ ਦਿੰਦਾ ਹੈ ਤੇ ਉਸ ਪਰਮਾਤਮਾ ਦਾ ਰੂਪ ਵੀ ਦਿਖਾਈ ਦਿੰਦਾ ਹੈ ਕਿ ਉਹ ਜਿਹੜਾ ਹੈ ਉਹ ਸਰਬ ਵਿਆਪਕ ਇੱਕ ਸ਼ਕਤੀ ਹੈ, ਪਾਵਰਫੁਲ ਸ਼ਕਤੀ। ਔਰ ਉਹ ਕੋਈ ਏਦਾਂ ਦੀ ਸ਼ਕਤੀ ਨਹੀਂ ਹੈ ਇੱਥੇ ਵੱਧ ਆ ਜਾਂ ਉੱਥੇ ਘੱਟ ਆ ਜਾਂ ਕਿਸੇ ਖਾਸ ਜਗ੍ਹਾ ਤੇ ਬੈਠੀ ਹੈ, ਨਹੀਂ। ਉਹ ਇੱਕ ਤੱਤ ਆ, ਆਤਮਾ ਤੱਤ ਆ, ਸਰਬ ਵਿਆਪਕ ਆ, ਕੋਈ ਵੱਧ ਘੱਟ ਨਹੀਂ ਹੈ, ਇੱਕੋ ਤੱਤ ਹੈ। ਔਰ ਸੇਮ ਹੀ ਪਾਵਰਫੁਲ ਤੱਤ ਸਾਰੀ ਸ੍ਰਿਸ਼ਟੀ 'ਚ ਫੈਲਿਆ ਹੋਇਆ ਹੈ ਔਰ ਉਹਦਾ ਕੋਈ ਅੰਤ ਨਹੀਂ। ਬਿਲਕੁਲ ਹੀ ਇੰਨਾ ਲਾਈਟ ਤੱਤ ਆ, ਜਦੋਂ ਇਹ ਪ੍ਰਕਿਰਤੀ ਦੀਆਂ ਸਾਰੀਆਂ ਪਰਤਾਂ ਆਪਣੇ ਤੋਂ ਅਲੱਗ ਕਰ ਦਿੰਦੇ ਆ ਤੇ ਜਦੋਂ ਬਿਲਕੁਲ ਹੀ ਸੂਖਮ ਹੋਈ ਜਾਂਦੇ। ਤੁਹਾਡੀ ਸੁਰਤੀ ਨੇ ਟਰੈਵਲ ਕਰਨਾ ਹੈ, ਤੁਸੀਂ ਵੇਖੋਗੇ ਨਾ ਬੜੀ ਸਪੀਡ ਨਾਲ ਭੱਜਦੀ ਹੈ। ਜਦੋਂ ਤੁਸੀਂ ਸਾਧਨਾ ਸ਼ੁਰੂ ਕੀਤੀ, ਪਹਿਲਾਂ ਝਟਕੇ ਵੱਜਦੇ ਨੇ, ਫਿਰ ਸੁਰਤੀ ਟਰੈਵਲ ਕਰਦੀ ਹੈ। ਤੁਸੀਂ ਇੰਝ ਮਹਿਸੂਸ ਕਰੋਗੇ ਜਿੱਦਾਂ ਮੈਂ ਗੁਫਾ 'ਚ ਜਾ ਰਿਹਾ, ਪਰ ਜਾ ਨਹੀਂ ਰਹੇ ਤੁਸੀਂ ਤਾਂ ਉੱਥੇ ਖਲੋਤੇ ਜੋ। ਪਰ ਤੁਹਾਡੀ ਸੁਰਤੀ ਇੱਕ ਸਮਾਂ ਆਊਗੀ ਇੰਨੀ ਸੂਖਮ ਹੁੰਦੀ ਜਾਊ, ਸੂਖਮ ਹੁੰਦੀ ਜਾਊ, ਸੂਖਮ ਹੁੰਦੀ ਜਾਊ। ਆਖਰ ਤੇ ਜਦੋਂ ਆਤਮਾ ਕੋਲ ਪਹੁੰਚ ਜਾਂਦੀ ਹੈ, ਫਿਰ ਉਸ ਤੋਂ ਅੱਗੇ ਸੂਖਮ ਨਹੀਂ ਹੋ ਸਕਦੀ। ਉਹ ਆਖਰੀ ਤੱਤ ਹੈ। ਤੇ ਉੱਥੇ ਜਦੋਂ ਪਹੁੰਚ ਜਾਂਦੇ ਜੋ, ਸਥਿਰ ਹੋ ਜਾਂਦੇ ਜੋ, ਨਿੱਜ ਘਰ ਕਹਿ ਲਓ, ਸਥਿਰ ਅਵਸਥਾ ਕਹਿ ਲਓ, ਅਨਮਨੀ ਅਵਸਥਾ ਕਹਿ ਲਓ, ਸਹਿਜ ਸਮਾਧੀ ਕਹਿ ਲਓ, ਨਿਰਵਿਚਾਰ ਸਮਾਧੀ ਕਹਿ ਲਓ, ਨਿਰਬੀਜ ਸਮਾਧੀ ਕਹਿ ਲਓ, ਇਹ ਸਾਰਾ ਕੁਝ ਉੱਥੇ ਜਾ ਕੇ ਰੁਕ ਜਾਂਦਾ। ਔਰ ਉੱਥੇ ਰੁਕ ਕੇ ਤੁਸੀਂ ਆਪਣੇ ਅਸਲੀ ਰੂਪ ਨੂੰ ਦੇਖਦੇ ਜੋ। ਫਿਰ ਬਾਣੀ ਉਸ ਗੱਲ ਨੂੰ ਤਸਦੀਕ ਕਰਦੀ ਹੈ, ਜਬ ਜਾਨਾ ਤਬ ਹੀ ਮਾਨਾ, ਤਬ ਹੀ ਮਨ ਮਾਨਾ। ਜਦੋਂ ਉਹਨੂੰ ਜਾਣ ਲੈਂਦਾ ਫਿਰ ਆਪਣੇ ਆਪ ਦਾ ਤਿਆਗ ਕਰ ਦਿੰਦਾ। ਫਿਰ ਉਹ ਜਿੱਦਾਂ ਚੁੱਲ੍ਹੇ ਦੇ ਵਿੱਚ ਜਦੋਂ ਲੱਕੜਾਂ ਨੂੰ ਧੱਕਦੇ ਹਾਂ ਆਪਾਂ, ਚੌ ਹੁੰਦਾ ਨਾ, ਲੱਕੜ ਦਾ ਚੌ ਹੁੰਦਾ, ਉਹਦੇ ਨਾਲ ਧੱਕੀ ਜਾਂਦੇ ਲੱਕੜਾਂ। ਇਸੇ ਤਰ੍ਹਾਂ ਫਿਰ ਹੌਲੀ ਹੌਲੀ ਕਰਕੇ ਇਹ ਮਨ ਆਪਣੇ ਆਪ ਨੂੰ ਖਤਮ ਕਰ ਲੈਂਦਾ। ਜਿਵੇਂ ਜਿਵੇਂ ਖਤਮ ਹੋਈ ਜਾਂਦਾ, ਬ੍ਰਹਮ ਲੀਨ ਹੋ ਜਾਂਦਾ, ਬ੍ਰਹਮ ਹੋ ਜਾਂਦਾ। ਆਖਰ 'ਚ ਇਹਨੇ ਬ੍ਰਹਮ ਹੋ ਜਾਣਾ। ਫਿਰ ਸਾਰੇ ਦੋਸ਼, ਸਾਰੇ ਔਗਣਾਂ ਦਾ ਤਿਆਗ ਕਰ ਦਿੰਦਾ। ਔਰ ਜਦ ਤੱਕ ਮੈਂ ਹੈਗੀ ਆ, ਉਹਨਾਂ ਚਿਰ ਤੱਕ ਆਪਾਂ ਔਗਣ ਕਰਦੇ ਹਾਂ, ਔਗਣਾਂ ਦੇ ਵਿੱਚ ਰਹਿੰਦੇ ਹਾਂ, ਔਗਣਾਂ ਦੇ ਵਿੱਚ ਹੀ ਆਪਾਂ ਜੀਵਨ ਬਤੀਤ ਕਰਦੇ ਹਾਂ। ਪਰ ਜਦੋਂ ਮਨ ਆਪਣੇ ਰੂਪ ਦਾ ਤਿਆਗ ਕਰ ਦਿੰਦਾ, ਫਿਰ ਔਗਣ ਤੁਹਾਡੇ ਤੋਂ ਆਪਣੇ ਆਪ ਹੀ ਅਲੱਗ ਹੋਈ ਜਾਂਦੇ ਆ। ਫਿਰ ਤੁਸੀਂ ਇਸ ਅਵਸਥਾ ਤੇ ਆ ਜਾਂਦੇ ਜੋ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਜਿੰਨਾ ਚਿਰ ਤੱਕ ਸੰਸਾਰ 'ਚ ਬੁਰਾਈ ਦੇਖ ਰਹੀ ਹੈ ਨਾ, ਸਮਝ ਲਓ ਕਿ ਹਜੇ ਆਪਾਂ ਚੱਲ ਰਹੇ ਹਾਂ, ਪਹੁੰਚੇ ਨਹੀਂ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਆ। ਔਰ ਇਹ ਜਿਹੜੀ ਹੈਗੀ ਆ, ਇਹ ਯਾਤਰਾ ਕਿਵੇਂ ਹੋਣੀ ਆ, ਔਰ ਇਸੇ ਦੇ ਵਾਸਤੇ ਆਪਾਂ ਨੂੰ ਜਨਮ ਮਿਲਿਆ ਹੋਇਆ ਆ। ਔਰ ਇਹ ਯਾਤਰਾ ਕਿਵੇਂ ਕਰਨੀ ਆ, ਇਹਦੇ ਵਾਸਤੇ ਆਪਾਂ ਨੂੰ ਬ੍ਰਹਮ ਗਿਆਨ ਚਾਹੀਦਾ ਹੈ, ਗੁਰੂ ਦੀ ਮੱਤ ਚਾਹੀਦੀ ਆ। ਜੇ ਨਹੀਂ ਕਰਾਂਗੇ ਇਹ ਯਾਤਰਾ, ਤਾਂ ਵਾਪਸ ਆਪਾਂ ਦੁਨੀਆ ਦੇ ਵਿੱਚ ਸਾਈਕਲ ਦੇ ਵਿੱਚ ਘੁੰਮਦੇ ਰਵਾਂਗੇ। ਅਤੇ ਜੇ ਯਾਤਰਾ ਕਰ ਲਾਂਗੇ ਤਾਂ ਬਾਹਰ ਆ ਜਾਵਾਂਗੇ। ਹੁਣ ਇਸ ਤੋਂ ਅਗਲੀ ਪੌੜੀ ਆ ਰਹੀ ਹੈ, ਜੋ ਆਪਾਂ ਨੇ ਸ਼ਲੋਕ ਲਏ ਸੀਗੇ। ਪੌੜੀ, ਪੂਰੇ ਗੁਰ ਕੀ ਕਾਰ ਕਰਮੇ ਕਮਾਈਏ। ਕਹਿੰਦੇ ਇਹ ਪੂਰੇ ਗੁਰੂ ਤੋਂ ਮਿਲ ਸਕਦੀ ਹੈ। ਇਹ ਤੇਰੇ ਉੱਤੇ ਜਿਹੜਾ ਹੈਗਾ, ਤੇਰੇ ਭਾਗ ਜਾਗ ਜਾਣ ਅਤੇ ਪਰਮਾਤਮਾ ਦੀ ਮਿਹਰ ਹੋ ਜਾਏ ਅਤੇ ਕਮਾਈ ਕਰਨ ਨੂੰ ਤੈਨੂੰ ਮਿਲ ਸਕਦੀ ਹੈ। ਪੂਰੇ ਗੁਰੂ ਦੀ ਕਾਰ, ਪੂਰਾ ਗੁਰੂ ਦੱਸ ਸਕਦਾ ਹੈ, ਜਿਹੜਾ ਆਪ ਜਿਹੜਾ ਹੈਗਾ, ਜਿਹਨੇ ਕਾਰ ਕਰ ਲਈ ਹੈ। ਪੂਰੇ ਗੁਰ ਕੀ ਕਾਰ ਕਰਮੇ ਕਮਾਈਏ। ਕਹਿੰਦੇ ਬਖਸ਼ਿਸ਼ ਦੇ ਨਾਲ ਮਾਲਕ ਪਰਮਾਤਮਾ ਤੈਨੂੰ ਕਿਤੇ ਪੂਰੇ ਗੁਰੂ ਦੇ ਨਾਲ ਮਿਲਾ ਦੇ ਅਤੇ ਗੁਰੂ ਦੀ ਮੱਤ ਤੈਨੂੰ ਮਿਲ ਜਾਏ ਅਤੇ ਕਾਰ ਕਰਨ ਨੂੰ ਤੈਨੂੰ ਮਿਲ ਜਾਏ। ਗੁਰਮਤੀ ਆਪ ਗਵਾਏ ਨਾਮ ਧਿਆਈਏ। ਕਹਿੰਦੇ ਕੀ ਕਾਰ ਆ? ਕਹਿੰਦੇ ਨਾਮ ਨੂੰ ਧਿਆਉਣਾ ਪੈਣਾ, ਧਿਆਨ ਕਰਨਾ ਪੈਣਾ ਆ। ਗੁਰੂ ਦੀ ਮੱਤ ਲੈ ਕੇ ਆਪਣੀ ਹਉਮੈ ਗਵਾਉਣੀ ਪੈਣੀ ਆ।
ਆਪਣੀ ਹਉਮੈ ਮੈਂ ਮੇਰੀ ਗਵਾਉਣੀ ਪੈਣੀ ਆ। ਇਹ ਮਾਇਆ ਦੀ ਪਕੜ, ਹਉਮੈ ਕੀ ਹੈਗੀ? ਸਰੀਰ ਕੀ ਹੈਗਾ? ਦੁਨੀਆ ਦੇ ਪਦਾਰਥ, ਦੁਨੀਆ ਦੇ ਸਵਾਦ। ਇਹਨੂੰ ਗਵਾਉਣਾ ਹੈ ਆਪਾਂ ਨੇ, ਇਸ ਤੇ ਕੰਟਰੋਲ ਲਿਆਉਣਾ ਹੈ। ਗੁਰਮਤਿ ਆਪ ਗਵਾਏ ਨਾਮ ਤੇ ਆਈਏ, ਦੂਜੀ ਕਾਰੇ ਲੱਗੇ ਜਨਮ ਗਵਾਈਏ। ਮਨੁੱਖੀ ਜੂਨ ਵੇਸਟ ਹੋ ਗਿਆ, ਗਵਾ ਦਿੱਤਾ, ਜੂਏ ਦੇ ਵਿੱਚ ਹਾਰ ਦਿੱਤਾ। ਆਹ ਸਵਾਦਾਂ ਦੇ ਨਾਲ, ਰਸਾਂ ਕਸਾਂ ਦੇ ਨਾਲ, ਇਹ ਤਾਂ ਸਰੀਰ ਦੇ ਨਾਲ ਹੀ ਟੈਂਪਰੇਰੀ ਮਿੱਟੀ ਨੂੰ ਖਵਾ ਰਹੇ ਹਾਂ ਆਪਾਂ, ਮਿੱਟੀ ਨੂੰ ਖਵਾ ਰਹੇ ਹਾਂ ਆਪਾਂ। ਇਹਦੇ ਨਾਲ ਕੀ ਹੋ ਰਿਹਾ ਆਪਣੀ ਆਤਮਾ ਨੂੰ? ਦੂਜੀ ਕਾਰੇ ਲੱਗੇ ਜਨਮ ਗਵਾਈਏ, ਵਿਣ ਨਾਵੇਂ ਸਭ ਵਿਸ ਪੈਜੇ ਖਾਈਏ। ਦੇਖੋ ਕੀ ਕਹਿ ਰਹੀ ਹੈ ਬਾਣੀ, ਕਹਿੰਦੇ ਪਾਈਏ ਕਾਰ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਨਾਮ ਦੀ ਭਗਤੀ ਤੋਂ ਬਗੈਰ, ਕਹਿੰਦੇ ਜੋ ਕੁਛ ਵੀ ਖਾ ਰਹੇ ਆ ਪਿਆਰਿਆ, ਜ਼ਹਿਰ ਖਾ ਰਹੇ ਆ। ਇਹਨੇ ਤੇਰੀ ਮਨੁੱਖੀ ਜੂਨ ਨੂੰ ਹੌਲੀ ਹੌਲੀ ਇਹ ਸਾੜ ਰਹੀ ਹੈ, ਇਹ ਜ਼ਹਿਰ ਦੇ ਨਾਲ ਮਾਰ ਰਹੀ ਹੈ ਤੈਨੂੰ। ਆਤਮਿਕ ਮੌਤ, ਤੇਰੀ ਆਤਮਾ ਵੱਲ ਨੂੰ ਯਾਤਰਾ ਹੋ ਹੀ ਨਹੀਂ ਰਹੀ ਤੇਰੀ। ਆਤਮਿਕ ਮੌਤ ਦਾ ਕੀ ਮਤਲਬ ਆ ਬਈ? ਆਤਮਾ ਵੱਲ ਨੂੰ ਯਾਤਰਾ ਨਹੀਂ ਹੋ ਰਹੀ। ਤੇਰਾ ਮਨ ਜਿਹੜਾ ਹੈਗਾ, ਉਹ ਚੌ ਜਿਹੜਾ ਹੈਗਾ, ਉਹ ਨਹੀਂ ਸੜ ਰਿਹਾ, ਉਹ ਤਾਂ ਵੱਧ ਰਿਹਾ ਸਗੋਂ। ਵਿਣ ਨਾਮੈ ਸਭ ਵਿਸ ਪੈਜੇ ਖਾਈਏ, ਸੱਚਾ ਸ਼ਬਦ ਸਲਾਹ ਸੱਚ ਸਮਾਈਏ। ਕਹਿੰਦੇ ਪਾਏ ਧਿਆਨ ਸਿਮਰਨ ਤਾਂ ਕਰਨਾ ਪਊਗਾ, ਜੋ ਗੁਰੂ ਨੇ ਕਿਹਾ ਹੈ ਸੁਣ ਦੇ ਵਿੱਚ ਬੈਠਣਾ ਪਊਗਾ, ਆਪਣੀ ਆਤਮਿਕ ਯਾਤਰਾ ਕਰਨੀ ਪਊਗੀ, ਸੱਚ ਦੇ ਵਿੱਚ ਸਮਾਉਣਾ ਆ, ਤੇ ਸੱਚ ਦੇ ਨਾਲ ਹੀ ਸਮਾਉਣਾ ਪੈਣਾ ਆ ਪਾਏ। ਜਿਸ ਆਹ ਸੱਚ ਹੈਗਾ, ਇਹ ਇੱਕ ਪਰਮਾਤਮਾ ਸੱਚ ਹੈ, ਇੱਕ ਉਹਦੀ ਜਿਹੜੀ ਹੈ ਭਗਤੀ ਸੱਚ ਹੈਗੀ ਆ। ਇਹਦੇ ਨਾਲ ਸੱਚ 'ਚ ਸਮਾਇਆ ਜਾ ਸਕਦਾ ਹੈ। ਵਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ, ਫਿਰ ਆਈਏ। ਕਹਿੰਦੇ ਭਾਈ ਗੁਰੂ ਦੀ ਦੱਸੀ ਹੋਈ ਕਾਰ, ਗੁਰੂ ਦੇ ਅਨੁਸਾਰ ਗੁਰਮਤਿ ਲੈ ਕੇ ਉਹ ਸੇਵਾ ਕਰਨ ਦੇ ਬਗੈਰ ਸੁੱਖ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ। ਆਉਂਦਾ ਜਾਂਦਾ ਰਹੇਗਾ, ਕੋਈ ਰੋਕ ਨਹੀਂ ਸਕਦਾ। ਇਹ ਮਾਲਕ ਪਰਮਾਤਮਾ ਦਾ ਨਿਯਮ ਹੈ, ਕਾਨੂੰਨ ਹੈਗਾ। ਵਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ, ਫਿਰ ਆਈਏ। ਦੁਨੀਆ ਖੋਟੀ ਰਾਸ ਕੂੜ ਕਮਾਈਏ। ਬਾਕੀ ਦੁਨੀਆ ਦੇ ਵਿੱਚ ਜੋ ਕਮਾਈ ਕਰ ਰਹੇ ਹਾਂ, ਜੋ ਵੀ ਵਧਾ ਰਹੇ ਹਾਂ ਆਪਣਾ ਮੈਟਰ, ਆਪਣਾ ਜੋ ਵੀ ਕੁਛ ਕਰ ਰਹੇ ਹਾਂ ਪਿਆਰਿਆ, ਜੋ ਵੀ ਕੁਛ ਲਿਆ ਕੇ ਆਪਣਾ ਜਮ੍ਹਾਂ ਕਰ ਰਹੇ ਹਾਂ, ਖੋਟੀ ਰਾਸ ਹੈ, ਕੂੜ ਕਮਾ ਰਹੇ ਹਾਂ, ਕੂੜ। ਇਹਨੇ ਇੱਥੇ ਹੀ ਰਹਿ ਜਾਣਾ ਆ। ਜੋ ਕੁਛ ਤੂੰ ਯੂਜ਼ ਕਰ ਲਿਆ, ਬਾਕੀ ਦਾ ਇੱਥੇ ਪਿਆ ਰਹਿ ਜਾਣਾ। ਤੇਰਾ ਸਰੀਰ ਵੀ ਇੱਥੇ ਤੇਰੇ ਕੋਲੋਂ ਖੋਹ ਲਿਆ ਜਾਣਾ ਹੈ। ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਈਏ। ਸੱਚ ਖਰਾ ਆ ਪਿਆਰਿਆ, ਖਰਾ ਸੋਨਾ ਹੈਗਾ ਸੱਚ। ਸੱਚ ਪਰਮਾਤਮਾ ਹੈਗਾ, ਉਹਦੀ ਬੰਦਗੀ ਹੈਗੀ, ਉਹਦੀ ਸਲਾਹ ਹੈਗੀ ਆ। ਸਲਾਹ ਲਏਗਾ। ਹੁਣ ਵੀ ਜੇ ਟਾਈਮ ਤੇਰਾ ਨਹੀਂ ਮਿਲਿਆ, ਜਿੰਨਾ ਪਿੱਛੇ ਚਲਾ ਗਿਆ ਛੱਡ ਦੇ, ਜੋ ਚਲਾ ਗਿਆ। ਜਿੰਨਾ ਕੁ ਹੈਗਾ ਤੇਰੇ ਕੋਲ ਹੁਣ ਵੀ ਲੱਗ ਜਾ ਇਸ ਪਾਸੇ, ਤੇ ਇੱਜ਼ਤ ਦੇ ਨਾਲ ਜਿਹੜਾ ਹੈਗਾ ਸੁਰਖਰੂ ਹੋ ਕੇ ਜਿਹੜਾ ਹੈਗਾ ਇਸ ਮਨੁੱਖੀ ਜੂਨ ਜਿਹੜੀ ਮਿਲੀ ਹੈ, ਇਹਦੇ ਨਾਲ ਇਹਦਾ ਫਲ ਪ੍ਰਾਪਤ ਕਰਕੇ ਇਹ ਜਨਮ ਮਰਨ ਦੀ ਗੇਮ 'ਚੋਂ ਬਾਹਰ ਹੋ ਜਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਉੱਪਰ ਦੇਖੋ ਕਹਿੰਦੇ ਕਿ ਪੂਰੇ ਗੁਰ ਕੀ ਕਾਰ ਕਰਮ ਕਮਾਈਏ। ਕਰਮ ਦੇ ਦੁਆਰਾ, ਬਖਸ਼ਿਸ਼ ਦੇ ਦੁਆਰਾ। ਦੇਖੋ ਉਹ ਪੂਰਾ ਕਿਹੜਾ? ਪੂਰੇ ਦਾ ਮਤਲਬ ਜਿਹਨੇ ਆਪਣਾ ਸਫ਼ਰ ਪੂਰਾ ਕਰ ਲਿਆ। ਹਾਂ। ਅਧੂਰਾ ਕਿਹੜਾ? ਜਿਹੜਾ ਰਾਹ 'ਚ ਬੈਠਾ ਹੈ ਜਾਂ ਪਹੁੰਚਿਆ ਨਹੀਂ। ਆਪਾਂ ਨਹੀਂ ਕਹਿ ਦਿੰਦੇ ਮੰਜ਼ਿਲ ਪੂਰੀ ਹੋ ਗਈ, ਸਫ਼ਰ ਪੂਰਾ ਹੋ ਗਿਆ ਜੀ ਸਾਡਾ। ਭਾਵ ਜਿੱਥੇ ਜਾਣਾ ਸੀ ਮੈਂ ਪਹੁੰਚ ਗਿਆ। ਤੇ ਜਦੋਂ ਆਪਾਂ ਨਹੀਂ ਪਹੁੰਚੇ ਤੇ ਆਪਾਂ ਕੀ ਕਹਿੰਦੇ ਆ? ਆਪਾਂ ਅਧੂਰੇ ਕਹਿੰਦੇ। ਸਫ਼ਰ ਅਧੂਰਾ, ਮਤਲਬ ਚੱਲ ਰਹੇ ਹਾਂ, ਅੱਜ ਪਹੁੰਚੇ। ਇੱਥੇ ਆਪਾਂ ਗਿਆਨ ਕਿੱਥੋਂ ਲੈਣਾ? ਜਿਹੜੇ ਪੂਰੇ ਨੇ, ਜਿਨ੍ਹਾਂ ਨੇ ਆਪਣਾ ਸਫ਼ਰ ਪੂਰਾ ਕੀਤਾ। ਜਦ ਤੱਕ ਤੁਸੀਂ ਉਹਨਾਂ ਦਾ ਗਿਆਨ ਹੀ ਲਓਗੇ, ਕਿਸੇ ਅਧੂਰੇ ਕੋ ਬਹਿ ਜਾਓਗੇ, ਫਿਰ ਪ੍ਰੋਬਲਮ ਹੋ ਜਾਏਗੀ। ਕਿਉਂ ਪ੍ਰੋਬਲਮ ਹੋ ਜਾਏਗੀ? ਕਿਉਂਕਿ ਉਸ ਬੰਦੇ ਨੇ ਸਫ਼ਰ ਹੀ ਨਹੀਂ ਪੂਰਾ ਕੀਤਾ। ਜਿਹੜਾ ਬੰਦੇ ਨੇ ਸਫ਼ਰ ਨਹੀਂ ਪੂਰਾ ਕੀਤਾ, ਹੁਣ ਕੀਤਾ ਤੁਹਾਨੂੰ ਕਿੱਥੇ ਲੈ ਜੇ, ਫਿਰ ਪ੍ਰੋਬਲਮ ਹੋ ਜਾਏਗੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਵੀ ਬ੍ਰਹਮ ਗਿਆਨੀ ਨੇ ਸਾਰੇ ਪੂਰੇ ਨੇ, ਔਰ ਇਹਨਾਂ ਨੇ ਸਫ਼ਰ ਪੂਰਾ ਕੀਤਾ। ਔਰ ਦੂਸਰੀ, ਕਿੱਦਾਂ ਪਤਾ ਲੱਗੇਗਾ ਕਿ ਇਹ ਜੋ ਕਹਿ ਰਹੇ ਨੇ ਇਹ ਸਭ ਕੁਝ ਸਹੀ ਹੈ? ਫਿਰ ਇਹਦਾ ਇੱਕ ਹੀ ਤਰੀਕਾ ਹੈ, ਤੁਸੀਂ ਸਾਰਿਆਂ ਦੀ ਬਾਣੀ ਨੂੰ ਚੈੱਕ ਕਰੋ, ਉਹਨਾਂ ਦਾ ਮੈਸੇਜ ਇੱਕ ਹੈ। ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ। ਇੱਥੋਂ ਤੁਸੀਂ ਕਹਿ ਸਕਦੇ ਜੋ ਕਿ ਇਹ ਪੂਰੇ ਨੇ। ਤੇ ਜਿਹੜਾ ਬੰਦੇ ਦਾ ਤੁਹਾਡੀ ਸਟੇਟਮੈਂਟ ਨਹੀਂ ਰਲਦੀ, ਤੁਹਾਨੂੰ ਪਤਾ ਲੱਗ ਰਿਹਾ ਕਿ ਇਹ ਗੁਰੂ ਤੇ ਕੁਝ ਹੋਰ ਕਹਿ ਰਹੇ, ਦੂਜੇ ਗੁਰੂ ਕੁਝ ਹੋਰ ਕਹਿ ਰਹੇ, ਇੱਥੇ ਭਗਤ ਬੈਠੇ ਕੁਝ ਹੋਰ ਕਹਿ ਰਹੇ ਨੇ, ਤੇ ਫਿਰ ਗੜਬੜ ਹੈ। ਫਿਰ ਪੱਕੀ ਗੜਬੜ ਹੈ, ਹਨਾ? ਬਿਲਕੁਲ। ਉਹ ਕਹਿੰਦੇ ਨਾ ਕਿ 100 ਸਿਆਣਿਆਂ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ।
ਤੇ ਮੂਰਖ ਤੇ ਕੋਈ ਪੰਜਾਂ ਦਾ ਨਾਮ ਦੇਈ ਜਾਂਦਾ, ਕੋਈ 7 ਦਾ, ਕੋਈ 10 ਦਾ, ਤੇ ਕੋਈ ਕਹਿੰਦਾ ਮੇਰੀ ਫੋਟੋ ਤੇ ਆਓ। ਸੋ ਇਹ ਗੱਲਾਂ ਹੈਗੀਆਂ, ਠੀਕ ਹੈ ਜੀ। ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਚ ਤੇ ਏਦਾਂ ਦੀ ਕੋਈ ਗੱਲਬਾਤ ਨਹੀਂ ਲਿਖੀ ਜਿੱਥੇ ਕੋਈ ਫੋਟੋ ਤੇ ਹੋਣੀ ਆ, ਤੇ ਨਾ ਤੇ ਉਹਨਾਂ ਨੇ ਕਿਹਾ ਕਿ ਕੋਈ ਫੋਟੋ ਏਦਾਂ ਦਾ ਵਿਸ਼ਾ ਹੈਗਾ। ਜੇਕਰ ਹੈਗਾ ਤੇ ਦੱਸ ਦਿਓ, ਠੀਕ ਹੈ। ਤੇ ਜੇ ਕੋਈ ਫੋਟੋਆਂ ਦੇ ਪਿੱਛੇ ਲਾ ਰਿਹਾ ਹੈ ਤੇ ਇਹ ਫਿਰ ਉਹਦੀ ਆਪਣੀ ਮੱਤ ਹੈ ਬੰਦੇ ਦੀ, ਕੋਈ ਇਹਦੇ ਵਿੱਚ ਬਾਣੀ ਚ ਤੇ ਇਸ ਗੱਲ ਨੂੰ ਰਿਜੈਕਟ ਕਰ ਦਿੰਦੀ ਹੈ, ਠੀਕ ਹੈ ਜੀ। ਬਿਲਕੁਲ। ਫਿਰ ਅਗਲੇ ਬੰਨੇ ਦੇਖੀਏ, ਗੁਰਮਤ ਆਪ ਗਵਾਈਏ ਨਾਮ ਤੇ ਆਈਏ, ਠੀਕ ਹੈ। ਗੁਰੂ ਦੀ ਮੱਤ ਦੇ ਦੁਆਰਾ ਇਹ ਹਉਮੈ ਜਾਏਗੀ, ਧਿਆਨ ਸਿਮਰਨ ਦੇ ਨਾਲ। ਨਾਮ ਦੇਖੀਏ, ਗੁਰਮਤ ਗੁਰ ਦਾ ਮਤਲਬ ਇਹ ਹੈਗਾ ਕਿ ਜਿਹੜੇ ਬੰਦਾ ਪੂਰਾ ਹੈ, ਜਿੱਥੇ ਨੇ ਉਹ ਰਾਹ ਦਿੱਤਾ ਹੈ, ਤੇ ਫਿਰ ਉਹਦੇ ਅਨੁਸਾਰ ਤੁਹਾਨੂੰ ਚੱਲਣਾ ਪਊ। ਬਿਲਕੁਲ ਚੱਲਣਾ ਪਊਗਾ, ਬਿਲਕੁਲ ਚੱਲਣਾ ਪਊਗਾ। ਕਿਉਂਕਿ ਜੇ ਤੁਸੀਂ ਆਪਣਾ ਗੇਰ ਪਾ ਕੇ ਬੈਠੇ ਨਾ, ਦੇਖੋ ਤੁਹਾਨੂੰ ਕੋਈ ਜ਼ਬਰਦਸਤੀ ਇੱਕ ਘੁੱਟ ਪਾਣੀ ਦੀ ਨਹੀਂ ਪਿਆ ਸਕਦਾ। ਮੈਨੂੰ ਅਜੇ ਵੀ ਯਾਦ ਆ, ਜਦੋਂ ਮੇਰਾ ਦੂਜਾ ਮੁੰਡਾ ਹੈ ਨਾ ਹਰਮਨ, ਤੇ ਅਸੀਂ ਉਹਨੂੰ ਮੂੰਹ ਚ ਦਵਾਈ ਪਾਉਣੀ, ਨੱਜਰ ਸਾਹਿਬ ਛੋਟਾ ਜਿਹਾ ਬੱਚਾ ਫੂਕ ਮਾਰ ਕੇ ਬਾਹਰ ਕੱਢ ਦਿੰਦਾ ਸੀ ਅਗਲਾ, ਕਿਉਂਕਿ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਔਰ ਖਾਸ ਕਰਕੇ ਧੱਕੇ ਨਾਲ ਦਵਾਈ ਤੇ ਚਲੋ ਇੰਜੈਕਸ਼ਨ ਲਾ ਸਕਦੇ ਹਾਂ ਆਪਾਂ ਜਾਂ ਕਿਸੇ ਤਰੀਕੇ ਨਾਲ, ਪਰ ਨਾਮ ਤੇ ਬਿਲਕੁਲ ਹੀ ਧਿਆਇਆ ਜਾ ਸਕਦਾ। ਇਹਦੇ ਲਈ ਤੁਹਾਡਾ ਜੈਸ ਹੋਣਾ ਬੜਾ ਜ਼ਰੂਰੀ ਹੈ। ਜਦ ਤੱਕ ਤੁਸੀਂ ਜੈਸ ਨਹੀਂ ਨਾ ਕਰਦੇ ਤੇ ਗੱਲ ਨਹੀਂ ਜੀ ਬਣੇਗੀ, ਬਿਲਕੁਲ ਨਹੀਂ ਬਣੇਗੀ। ਭਾਵੇਂ 100 ਸਾਲ ਕਥਾ ਸੁਣਦੇ ਰਹੋ, ਆਖਰ ਤੇ ਫੈਸਲਾ ਤੁਹਾਡਾ ਹੈ, ਤੁਸੀਂ ਚੱਲਣਾ ਕਿ ਨਹੀਂ ਚੱਲਣਾ। ਇਹ ਸੰਸਾਰ ਤੁਹਾਡਾ ਹੈ, ਤੁਸੀਂ ਜਾਣਾ ਹੈ ਜਾਂ ਬਹਿਣਾ ਹੈ। ਜੇ ਤੁਹਾਨੂੰ ਚੰਗਾ ਲੱਗਦਾ ਤਾਂ ਟਿਕੇ ਰਹੋ, ਕੋਈ ਜ਼ਬਰਦਸਤੀ ਨਹੀਂ ਹੈ। ਪ੍ਰਕਿਰਤੀ ਤੇ ਕਹਿਣ ਦੀ ਆ, ਮੇਰੇ ਕੋਲ ਲੰਮੇ ਚੌੜੇ ਹਿਸਾਬ ਆ, ਇਹ ਸੂਰਜ ਦੀ, ਇਹ ਧਰਤੀ ਦੀ, ਇਹ ਆਕਾਸ਼ ਦੀ, ਪਤਾ ਨਹੀਂ ਕਿੰਨੀ ਕੁ ਲੰਬੀਆਂ ਉਮਰਾਂ ਨੇ। ਟੈਨਸ਼ਨ ਨਾ ਲੈ, ਤੈਨੂੰ ਬਦਲ ਕੇ ਇੱਥੇ ਭੇਜਾਂਗੇ, ਤੂੰ ਚੱਲਦਾ ਰਹਿ। ਪਰ ਇੱਕ ਤਰੀਕਾ ਹੈਗਾ ਹੀ, ਜੇ ਤੂੰ ਚੱਕੀ ਦੇ ਸੈਂਟਰ 'ਚ ਜਾਣਾ ਚਾਹੁੰਦਾ ਹੈ ਨਾ, ਤੂੰ ਅੱਜ ਜਾ ਸਕਦਾ। ਪਰ ਮੈਂ ਵੀ ਵੇਖਣ ਡਿਆ, ਇੱਥੇ ਘੁੰਮਣਾ ਕੋਈ ਵਧੀਆ ਚੀਜ਼ ਨਹੀਂ ਹੈਗੀ। ਹੁਣ ਤੇ ਮੌਕਾ ਬਣਿਆ, ਮੁੜ ਕੇ ਕੀ ਪਤਾ ਮੌਕਾ ਮਿਲਣਾ ਕਿ ਨਹੀਂ ਮਿਲਣਾ, ਐਸੀ ਸੰਗਤ ਮਿਲਣੀ ਕਿ ਨਹੀਂ ਮਿਲਣੀ, ਇਹ ਵੀ ਬੜੀ ਪ੍ਰੋਬਲਮ ਹੈ ਨੇਜਰ ਸਾਹਿਬ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਸੰਗਤ ਬਹੁਤ ਮੁਸ਼ਕਲ ਮਿਲਦੀ ਜੇ। ਇਹ ਤੁਸੀਂ ਇਹ ਨਾ ਸੋਚੋ ਕਿ ਸੰਗਤ ਐਵੇਂ ਮਿਲ ਜਾਂਦੀ ਹੈ, ਨਹੀਂ। 3 ਚੀਜ਼ਾਂ ਰੇਅਰ ਨੇ। ਸਭ ਤੋਂ ਪਹਿਲਾਂ ਮਨੁੱਖਾ ਜਨਮ, ਨੰਬਰ 2 ਤੁਹਾਡੇ ਮਨ 'ਚ ਇੱਛਾ, ਤੇ ਨੰਬਰ 3 ਐਸੇ ਲੋਕ ਜਿਹੜੇ ਭੇਦ ਨੂੰ ਜਾਣਦੇ ਆ। ਇਹ 3 ਚੀਜ਼ਾਂ ਰੇਅਰ ਨੇ, ਔਰ ਜੇ 3 ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਬੰਦਾ ਨਿਕਲ ਜਾਂਦਾ ਜੋ ਐਸ ਪ੍ਰਕਿਰਤੀ। ਫਿਰ ਭਾਗ ਜਾ ਕੇ ਸਮਝ ਲੈ, ਇਸ ਤੋਂ ਉੱਪਰ ਭਾਗ ਨਹੀਂ ਹੈਗੇ ਜੇ ਤਿੰਨੋਂ ਮਿਲ ਗਈਆਂ ਤੇ। ਹਾਂ, ਇਹ ਬਹੁਤ ਵੱਡੀ ਗੱਲ ਹੈ, ਠੀਕ ਹੈ ਜੀ। ਇੱਥੇ ਫਿਰ ਕਹਿੰਦੇ ਆ ਕਿ ਜਦੋਂ ਤੂੰ ਆਪਣਾ ਆਪ ਗਵਾ ਦੇਂਗਾ ਨਾ, ਤੇ ਫਿਰ ਤੈਨੂੰ ਨਾਮ ਤੇ ਆਉਣ ਦਾ ਪਤਾ ਲੱਗ ਜਾਏਗਾ ਅਸਲ 'ਚ ਨਾਮ ਕੀ ਹੈ। ਕਿਉਂਕਿ ਨਿੱਜਰ ਸਾਹਿਬ ਜਿੱਦਾਂ ਮੈਂ ਤੇ ਆਉਂਦੇ ਆ, ਉਹ ਤੇ ਫਿਰ ਕੋ ਕਹਿੰਦੇ ਨੇ ਰਾਮ ਰਾਮ ਕਰਦਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ। ਏਦਾਂ ਗੇਮ ਬਣ ਜਾਂਦੀ ਜਿੱਦਾਂ ਤੂੰ ਕਰ ਰਿਹਾ, ਤੇ ਫਿਰ ਤੇ ਤੇਰਾ ਕੰਮ ਬੜੇ ਜਿਆਦਾ ਰੋਕ ਆ ਜਾਣਾ ਸੀ। ਪਰ ਤੇਰੇ ਕੋਲ ਸਵਾਲ ਜਿਹੜਾ ਸੁਲਝ ਨਹੀਂ ਰਿਹਾ, ਤੇ ਫਿਰ ਸੁਲਝਾਉਣ ਦੇ ਲਈ ਫਿਰ ਗੁਰਮੁਖਾਂ ਕੋਲ ਜਾਣਾ ਪੈਣਾ। ਬਾਣੀ ਦੇ ਵਿੱਚ ਲਿਖਿਆ, ਬਾਣੀ ਗੁਰਮੁਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ। ਉਹ ਕਹਿੰਦੇ ਵਿਚਾਰ ਕਰੋ ਬਾਣੀ 'ਚ ਲਿਖਿਆ ਕੀ ਆ, ਕੋਈ ਕਿੱਥੇ ਗਲਤੀ ਹੋ ਰਹੀ ਹੈ, ਠੀਕ ਹੈ ਜੀ। ਬਿਲਕੁਲ ਸਹੀ ਗੱਲ ਹੈ। ਦੂਜੀ ਕਾਰ ਇਹ ਬੋਲੋ, ਦੂਜੀ ਕਾਰ ਅਲੱਗ ਜਨਮ ਗਵਾਈਏ ਤੇ ਜਨਮ ਚਲੇ ਜਾਏਗਾ। ਜੇ ਹੋਰ ਗੁਰੂ ਦੀ ਮਤ ਪੂਰੇ ਗੁਰੂ ਦੀ ਕਾਰ ਨਹੀਂ ਕਰੇਗਾ, ਅਧੂਰੇ ਦੀ ਕਰੇਗਾ ਤੇ ਜਨਮ ਗਵਾ ਤੇਰਾ, ਉਹਦਾ ਤਾਂ ਆਪਣਾ ਗਿਆ ਤੇ ਤੇਰਾ ਵੀ ਨਾਲ ਲੈ ਜਾਣਾ ਉਹਨੇ। ਹਾਂਜੀ ਵੀਰ ਜੀ। ਹਾਂ, ਫਿਰ ਉਹ ਕੀ ਕਰੂਗਾ ਕਿ ਉਹ ਕਹੂਗਾ ਕਿ ਕਿਤੇ ਜਾਣ ਦੀ ਲੋੜ ਨਹੀਂ ਹੈ, ਜਿੱਥੇ ਮੈਂ ਬੈਠਾ ਇੱਥੇ ਆ ਕੇ ਬਹਿ ਜਾ, ਤੂੰ ਪਹੁੰਚ ਗਿਆ, ਕਿਉਂਕਿ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੇ ਬਾਣੀ ਤੇ ਕਹਿੰਦੀ ਨਾਮ ਖੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਫਿਰ ਖੁਮਾਰੀ ਕਿਉਂ ਨਹੀਂ ਚੜਦੀ ਜੇ ਉਹ ਪੂਰਾ ਵਾ ਤੇ। ਆਪ ਸਮਝਦੇ ਜੋ, ਆਪ ਇੰਨੀ ਤੇ ਬੁੱਧੀ ਰੱਖਦੇ ਜੋ, ਘੁੱਟ ਪਾਣੀ ਪੀਏ, 2 ਘੁੱਟ ਪੀਏ, ਪਿਆਸ ਲੱਗੀ ਹੋਵੇ, ਥੋੜੀ ਬਹੁਤੀ ਪਿਆਸ ਤੇ ਬੁਝਣੀ ਚਾਹੀਦੀ ਹੈ ਨਾ। ਬਿਲਕੁਲ। 25 50 ਸਾਲ ਹੋ ਗਏ ਤੇ ਪਿਆਸ ਤਾਂ ਉਨੀ ਹੈ, ਜ਼ਿਆਦਾ ਹੋ ਗਈ ਹੈ, ਪਿਆਸ ਬੁਝੀ ਤਾਂ ਹੈ ਨਹੀਂ। ਆਹ ਤੇ ਪਰ ਨਿੱਜਰ ਸਾਹਿਬ ਇਹ ਸਵਾਲ ਕਿਹਨੇ ਕਰਨਾ ਵਾ, ਗਵਾਂਢੀਆਂ। ਬਿਲਕੁਲ ਸਹੀ ਗੱਲ। ਇਹ ਤੇ ਸਵਾਲ ਉਹਨੇ ਕਰਨਾ ਵਾ ਜਿਹਨੂੰ ਪਿਆਸ ਲੱਗੀ ਆ। ਜਿਹੜਾ ਜੇ ਉਹ ਸੁਪੀਰੀਅਰ ਕੰਪਲੈਕਸ 'ਚ ਬੈਠਾ ਹੈ ਕਿ ਮੈਂ ਇੱਥੇ ਇੰਜ ਤੇ ਮੈਂ ਫਲਾਣਾ ਤੇ ਮੈਂ ਢਿਮਕਾਂ, ਫਿਰ ਬਾਣੀ ਕਹਿੰਦੀ ਬਈ ਇੱਥੇ ਮੈਂ ਕੁਛ ਨਹੀਂ ਕਰ ਸਕਦਾ, ਆ ਦੇਖ ਲਾ। ਫਿਰ ਕਹਿੰਦੇ ਆ ਦੂਜੇ ਕਾਰ ਲੱਗ ਜਨਮ ਗਵਾਈਏ, ਤੇਰਾ ਜਨਮ ਚੱਲ ਜਾਣਾ। ਤੂੰ ਰੁੱਝਿਆ ਹੋਇਆ, ਚਾਹੇ ਤੂੰ ਇਹ ਨਾ ਸੋਚ ਕਿ ਤੂੰ ਧਾਰਮਿਕ ਹੋ ਗਿਆ ਵਾ, ਤੂੰ ਧਰਮ ਦੇ ਨਾਂ ਤੇ ਹੀ ਕਿਸੇ ਗਲਤ ਜਗ੍ਹਾ ਚੁਲਝ ਗਿਆ ਵਾ। ਇਹ ਵੀ ਪੰਗਾ ਜੇ ਨਿੱਜਰ ਸਾਹਿਬ। ਇੱਕ ਤੇ ਸੰਸਾਰੀ ਤੌਰ ਤੇ ਭੁੱਲ ਚ ਜਾਂਦੇ ਨਾ, ਉਹ ਇੱਕ ਅਲੱਗ ਚੀਜ਼ ਆ, ਉਹ ਤਾਂ ਆਪਾਂ ਕੰਮ ਕਰਨਾ। ਹੁਣ ਭਾਈ ਮੈਂ ਰੋਟੀ ਆਪਣੀ ਨਹੀਂ ਪਕਾਉਣੀ, ਆਪਣੇ ਪਰਿਵਾਰ ਨੂੰ ਜਾਂ ਆਪਣੇ ਨੂੰ ਰੋਟੀ ਖਵਾ ਕੇ, ਮੈਂ ਆਪਣੇ ਸਰੀਰ ਲਈ ਵੀ, ਤੇ ਜੋ ਮੈਨੂੰ ਜ਼ਰੂਰਤਾਂ ਨੇ, ਬੱਤੀ ਦੇ ਬਿੱਲ ਨੇ,
ਇੱਥੇ ਕੰਮ ਵਾਲੀ ਲੱਗੀ ਆ ਜਾਂ ਸਿਲੰਡਰ ਆ, ਭਾਜੀ ਇਹਦੇ ਲਈ ਤੇ ਮੈਨੂੰ ਕੰਮ ਕਰਨਾ ਪੈਣਾ। ਉਹ ਥੋੜੀ ਬਾਣੀ ਕਹਿੰਦੀ ਕਿ ਤੂੰ ਕੰਮ ਕਰਨਾ ਬੰਦ ਕਰ ਦੇ। ਗੁਰੂ ਨਾਨਕ ਪਾਤਸ਼ਾਹ ਤੇ ਖੁਦ ਉੱਥੇ ਖੇਤੀ ਕੀਤੀ ਆ, ਕਬੀਰ ਸਾਹਿਬ ਵੀ ਕੰਮ ਕਰਦੇ ਰਹੇ ਨੇ, ਰਵਿਦਾਸ ਜੀ ਨਹੀਂ ਕੰਮ ਕਰ ਰਹੇ ਨੇ। ਦੂਜੇ ਕਾਰ ਦਾ ਮਤਲਬ ਇਹ ਨਹੀਂ ਕਿ ਕੰਮ ਕਰਨਾ ਬੰਦ ਕਰ ਦੋ, ਬਿਲਕੁਲ ਕੰਮ ਕਰੋ। ਦੂਜੇ ਦਾ ਮਤਲਬ ਕਿਸੇ ਗਲਤ ਜਗ੍ਹਾ ਤੇ ਨਾ ਫਸ ਜਾਓ। ਉਹ ਚਾਹੇ ਕਿਸੇ ਰੂਪ ਚ ਹੀ ਆ, ਇਹ ਨਹੀਂ ਹੈ ਕਿ ਤੁਸੀਂ ਜਿੱਥੇ ਜਾ ਰਹੇ ਜੋ ਉਹ ਉੱਥੇ ਵੀ ਗੜਬੜ ਹੋ ਸਕਦੀ ਜੇ। ਇਸ ਕਰਕੇ ਕਹਿੰਦੇ ਬਹੁਤ ਧਿਆਨ ਦੇ ਨਾਲ ਚੱਲਣਾ ਹੈ। ਬਾਣੀ ਕਹਿੰਦੀ ਖੰਡੇ ਉੱਤੇ ਕਿਤੇ ਵਾਲੋਂ ਨਿੱਕੀ, ਕਿ ਇਹ ਨਾ ਸੋਚੀ ਕਿ ਬੜੀ ਵੱਡੀ ਰੋਡ ਬਣੀ ਹੈ ਤੇ ਤੈਨੂੰ ਇੰਨਾ ਆਸਾਨੀ ਨਾਲ ਰਸਤਾ ਮਿਲ ਜਾਏਗਾ। ਬਾਣੀ ਚ ਵੇਖੋ ਬਾਰ-ਬਾਰ ਕਹਿ ਰਹੀ ਹੈ ਕਿ ਤੂੰ ਇਸ ਰਸਤੇ ਤੇ ਚੱਲਣਾ ਹੀ, ਤੇ ਬੁੱਧੀ ਤੋਂ ਬਿਨਾਂ, ਅਕਲੀ ਤੋਂ ਬਿਨਾਂ ਦਾਨ ਨਹੀਂ ਕਰਨਾ, ਤੇ ਅਕਲੀ ਤੋਂ ਬਿਨਾਂ ਸਾਹਿਬ ਨੂੰ ਸੇਵਨਾ ਨਹੀਂ, ਉਹਦੀ ਭਗਤੀ ਵੀ ਨਹੀਂ ਕਰਨੀ ਅਕਲ ਤੋਂ ਬਿਨਾਂ। ਬਿਲਕੁਲ ਸਹੀ ਗੱਲ ਆ। ਦੇਖੋ ਅੱਗੇ ਦੱਸ ਰਹੇ ਆ ਵੀ ਦੂਜੀ ਕਾਰ ਕੀ ਹੈਗੀ, ਪਹਿਲੀ ਕਾਰ ਕੀ ਹੈ, ਕਹਿੰਦੇ ਵਿਣ ਨਾਮੇ ਸਭ ਵਿਸ ਪੈਜੇ ਖਾਈਏ। ਧਿਆਨ ਸਿਮਰਨ ਤੋਂ ਬਗੈਰ ਸਾਰੀ ਕਾਰ ਦੂਜੀ ਹੈਗੀ ਭਾਈ। ਹਾਂਜੀ ਵੀਰ ਜੀ। ਆਹੋ ਕਹਿੰਦੇ ਜਿੱਤੇ ਜ਼ਿੰਦਗੀ 'ਚ ਭਗਤੀ ਨਹੀਂ ਕੀਤੀ, ਸੱਚ ਨੂੰ ਨਹੀਂ ਜਾਣਿਆ, ਤੇ ਫਿਰ ਕਹਿੰਦੇ ਸਭ ਕੁਝ ਜ਼ਹਿਰ ਹੀ। ਉਹ ਬੇਸ਼ੱਕ ਤੂੰ ਸਮਝ ਰਿਹਾ ਕਿ ਅੰਮ੍ਰਿਤ ਹੈਗਾ ਹੀ, ਉਹ ਤੇਰੇ ਮਨ ਦਾ ਭਰਮੀ ਭੋਲਿਆ ਕਿ ਇਹਨੇ ਤੈਨੂੰ ਅੱਖਾਂ ਤੇ ਐਨਕ ਲਾਤੀ, ਤੈਨੂੰ ਸਾਰਾ ਗਰਾਸ ਜਿਹੜਾ ਨਾ ਹਰਿਆ ਦਿਖਾਈ ਦੇ ਰਿਹਾ, ਪਰ ਅਸਲ 'ਚ ਆਲ ਗਰਾਸ ਇਜ਼ ਨਾਟ ਗ੍ਰੀਨ। ਕੀ ਕਹਿੰਦੇ ਆ, ਇੱਕ ਅੰਗਰੇਜ਼ੀ ਦੀ ਇੱਕ ਕਹਾਵਤ ਆ, ਕਹਿੰਦੇ ਜਿੰਨਾ ਵੀ ਘਾਹ ਤੈਨੂੰ ਹਰਿਆ ਦਿਖਾਈ ਦੇ ਰਿਹਾ ਨਾ, ਇਹ ਹਰਿਆ ਨਹੀਂ ਆ, ਪਰ ਤੇਰੀ ਅੱਖਾਂ ਤੇ ਐਨਕਾਂ ਲਾਤੀਆਂ ਤੇ ਤੈਨੂੰ ਸੁੱਕਾ ਘਾਹ ਵੀ ਜਿਹੜਾ ਹਰਿਆ ਦਿਖਾਈ ਦੇ ਰਿਹਾ। ਇਸ ਕਰਕੇ ਕਹਿੰਦੇ ਆ ਕਿ ਤੂੰ ਵਿਸ ਨਾ ਖਾ ਲਈ। ਠੀਕ ਹੈ ਜੀ। ਅੱਗੇ ਚਲੀ ਨਜ਼ਰ ਸਾਹਿਬ। ਸੱਚਾ ਸ਼ਬਦ ਸਲਾਹ ਸੱਚ ਸਮਾਈਏ। ਕਹਿੰਦੇ ਪਾਏ ਦੇਖ, ਧਿਆਨ ਸਿਮਰਨ ਕਰਕੇ ਸੱਚੇ ਸ਼ਬਦ ਨੂੰ ਸਲਾਹ ਕੇ ਜੋ ਗੁਰੂ ਕਹਿ ਰਹੇ ਘਰ ਆਪਣੇ ਮਨ ਨੂੰ ਖੜਾ ਕਰਕੇ ਤੇ ਸੱਚ ਦੇ ਵਿੱਚ ਸਮਾਇਆ ਜਾ ਸਕਦਾ ਹੈ। ਹੋਰ ਕੋਈ ਆਪਸ਼ਨ ਨਹੀਂ ਹੈਗਾ। ਔਰ ਇਹ ਕਾਰ ਜਿਹੜੀ ਹੈਗੀ, ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਜੋ ਗੁਰੂ ਕਹਿ ਰਿਹਾ ਹੈ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਸ ਕਾਰ ਤੋਂ ਇਲਾਵਾ ਸੁੱਖ ਦੇ ਵਿੱਚ ਨਿਵਾਸ ਨਹੀਂ ਹੋ ਸਕਦਾ। ਤੇਰਾ ਜਿਹੜਾ ਹੈਗਾ ਇਹ ਜਨਮ ਮਰਨ ਦਾ ਸਾਈਕਲ ਗੇੜਾ ਨਹੀਂ ਰੁਕ ਸਕਦਾ, ਫਿਰ ਆਈਏ ਆਉਂਦਾ ਜਾਂਦਾ ਰਹੇਗਾ। ਹਾਂਜੀ ਵੀਰ ਜੀ। ਹਾਂਜੀ, ਇੱਥੇ ਬੜੀ ਕੰਮ ਦੀ ਗੱਲ ਜੋ ਸਾਧ ਸੰਗਤ ਜੀ, ਨੁਕਤੇ ਦੀ ਗੱਲ। ਹੁਣ ਤੁਸੀਂ ਰੱਬ ਨੂੰ ਲੱਭਣ ਚੱਲ ਜਾਓ, ਰੱਬ ਰੂਪ ਨਹੀਂ ਤੁਹਾਨੂੰ ਲੱਭਣਾ, ਫੇਰ ਕੀ ਕਰਾਂਗੇ? ਫਿਰ ਕਹਿੰਦੇ ਸੱਚ ਦੇ ਨਾਲ ਗੱਲ ਕਰੀਏ, ਸੱਚਾ ਸ਼ਬਦ ਸਲਾਏ ਸੱਚ ਸਮਾਈਏ। ਫਿਰ ਕੀ ਤਰੀਕਾ ਹੈ? ਫਿਰ ਤਰੀਕਾ ਹੈ ਤੂੰ ਸੱਚ ਤੇ ਚੱਲਣਾ ਸ਼ੁਰੂ ਕਰ ਦੇ। ਸੱਚ ਬੋਲ, ਸੱਚ ਖਾ, ਸੱਚ ਪੀ, ਤੇ ਸੱਚ ਦੇ ਜੀਵਨ ਬਤੀਤ ਕਰ। ਤੈਨੂੰ ਪਤਾ ਵੀ ਨਹੀਂ ਲੱਗਣਾ ਨਹੀਂ ਜਿਸ ਤੂੰ ਸੱਚ ਕਿਦੋਂ ਹੋ ਜਾਣਾ। ਬਿਲਕੁਲ। ਭਗਤੀ ਕਰਨੀ ਇੱਕ ਅਲੱਗ ਚੀਜ਼ ਆ, ਆਖਰ ਤੇ ਫਿਰ ਗੱਲ ਤੁਹਾਡੇ ਆਚਾਰਾਂ ਤੇ ਆ ਜਾਣੀ ਹੈ। ਹੁਣ ਮੈਂ ਭਗਤੀ ਕਰੀ ਜਾਵਾਂ, ਇੱਥੇ ਝੂਠ ਮਾਰੀ ਜਾਵਾਂ ਅਜੇ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਸੱਚ ਨੂੰ ਕੀ ਪਸੰਦ ਆ? ਸੱਚ। ਤੇ ਸੱਚ ਕੀ ਆ? ਤੁਹਾਨੂੰ ਪਤਾ ਹੀ ਹੈ ਸੱਚ ਕੀ ਹੈ। ਜਿੱਥੇ ਸਹੀ ਆ ਮੇਰਾ ਤੇ ਮੇਰਾ ਵਾ, ਜੇ ਮੇਰਾ ਨਹੀਂ ਆ ਤੇ ਉਹ ਮੇਰਾ ਨਹੀਂ, ਉਹ ਮਿੱਟੀ ਹੈ। ਤੇ ਉਹ ਬਹੁਤ ਵੱਡਾ ਕਨਸੈਪਟ ਆ। ਹੁਣ ਤੁਸੀਂ ਵੇਖ ਲਓ, ਨਜ਼ਰ ਮਾਰ ਲਓ ਆਪਣੇ ਜੀਵਨ ਚ। ਇੱਥੋਂ ਤੱਕ ਜਿਹੜੇ ਬੰਦੇ ਦਾ ਬਣਦਾ ਹੱਕ ਤੁਸੀਂ ਨਹੀਂ ਦੇ ਰਹੇ ਜੋ, ਉਹ ਵੀ ਧਰਮਰਾਜ ਦੀ ਨਜ਼ਰ ਚ ਸਹੀ ਨਹੀਂ ਜੇ। ਉਹਦਾ ਹੱਕ ਤੁਸੀਂ ਇੱਕ ਸਦਨ ਲੈਵਲ ਤੇ ਚੀਜ਼ ਖਾ ਸਕਦੇ ਜੋ, ਜਿੰਨਾ ਵੀ 25-30% ਤੁਹਾਡਾ ਬਣਦਾ ਹੈ। ਤੁਸੀਂ ਇਹ ਨਹੀਂ ਕਿ ਤੁਹਾਨੂੰ 5% ਦੇ ਕੇ ਤੇ 95% ਹੀ ਖਾ ਜਾਓ, ਇਹ ਵੀ ਕਾਨੂੰਨੀ ਜਗ੍ਹਾ। ਬਿਲਕੁਲ। ਕੰਮ ਉਹਨੇ ਕੀਤਾ ਹੈ, ਉਹਨੂੰ ਨਹੀਂ ਪਤਾ ਪਰ ਤੁਹਾਨੂੰ ਪਤਾ ਹੈ, ਪਰ ਇਸ ਕਰਕੇ ਤੁਸੀਂ ਉਹਦਾ ਬਣਦਾ ਹੱਕ ਦੇਣਾ, ਇਹ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਅਗਲੇ ਬੰਨੇ ਚੱਲੀ ਨਜ਼ਰ ਸਾਹਿਬ। ਅੱਗੇ ਇਹੀ ਗੱਲ ਦੋ ਲਾਈਨਾਂ ਹੋਰ ਰਹਿ ਗਈਆਂ, ਉਹਦੇ ਵਿੱਚ ਸੇਮ ਚੀਜ਼ ਗੱਲ ਕਹਿ ਰਹੇ ਮਹਾਰਾਜ। ਦੁਨੀਆ ਖੋਟੀ ਰਾਸ ਕੂੜ ਕਮਾਈਏ। ਕਹਿੰਦੇ ਦੁਨੀਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ ਖੋਟੀ ਰਾਸ ਆ ਪਾਈ, ਤੇ ਕੂੜ ਦੀ ਕਮਾਈ ਹੈਗੀ। ਕੂੜ ਦੇ ਨਾਲ ਲੱਗਿਆ, ਇਹ ਤੇਰੇ ਨਾਲ ਨਹੀਂ ਜਾ ਸਕਦੀ। ਤੇਰੇ ਕੰਮ ਇੱਥੇ ਦੁਨੀਆ ਦੇ ਵਿੱਚ ਤੇਰੇ ਸਵਾਦ ਸੂਦ ਤੈਨੂੰ ਦੇ ਸਕਦੀ ਆ, ਤੇ ਇੱਥੇ ਤੇਰਾ ਜਿਹੜਾ ਸਰੀਰ ਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਖੁਸ਼ੀ ਦੇ ਸਕਦੀ ਆ, ਸਵਾਦ ਕਾਲੀ ਦਊਗੀ। ਤੇ ਕਹਿੰਦੇ ਕੂੜ ਦੀ ਕਮਾਈ ਹੈ, ਇਹਨੇ ਗਾਹਾਂ ਨਹੀਂ ਤੇਰੇ ਨਾਲ ਜਾਣਾ। ਨਾਨਕ ਸੱਚ ਖਰਾ ਸਲਾਹ ਪਤ ਸਮਝਾਈਏ। ਸੱਚ ਖਰਾ ਆ ਪਿਆਰੇ, ਖਰਾ ਸੋਨਾ ਹੈਗਾ, 24 ਕੈਰੇਟ ਹੈਗਾ। ਸੱਚ ਦੇ ਨਾਲ ਜੁੜੇਗਾ ਤੇ ਸਿਫਤ ਸਲਾਹ ਪਰਮਾਤਮਾ ਦੀ ਕਰੇਗਾ ਤੇ ਸੱਚ ਖਰਾ ਹੋ ਜਾਏਗਾ, ਤੇ ਪੱਤ ਦੇ ਨਾਲ ਚਲੇ ਜਾਏਗਾ ਪਿਆਰਿਆ, ਜਿੱਤ ਜਾਏਗਾ ਇਹ ਬਾਜੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਵੇਖ ਲਓ ਸਾਧ ਸੰਗਤ ਜੀ, ਫੇਰ ਬਾਣੀ ਨੇ ਮੋਹਰ ਲਾਤੀ ਆ। ਕਹਿੰਦੇ ਜੇ ਤੂੰ ਕੂੜ ਕਮਾਏਂਗਾ, ਕੂੜ ਦਾ ਮਤਲਬ ਝੂਠ, ਝੂਠ ਦਾ ਮਤਲਬ ਜੋ ਤੇਰਾ ਨਹੀਂ ਆ,
ਤੂੰ ਉਹ ਬੋਲ ਰਿਹਾ ਜੋ ਤੈਨੂੰ ਨਹੀਂ ਬੋਲਣਾ ਚਾਹੀਦਾ, ਤੂੰ ਉਹ ਖਾ ਰਿਹਾ ਜੋ ਤੈਨੂੰ ਨਹੀਂ ਖਾਣਾ ਚਾਹੀਦਾ, ਤੂੰ ਉਹ ਪੀ ਰਿਹਾ ਜੋ ਤੈਨੂੰ ਨਹੀਂ ਪੀਣਾ ਚਾਹੀਦਾ। ਬਹੁਤ ਕੁਝ ਆ। ਝੂਠ ਦਾ ਮਤਲਬ ਜੋ ਵੀ ਤੂੰ ਕਰ ਰਿਹਾ ਹੈ ਉਹ ਅਕੋਰਡਿੰਗ ਟੂ ਧਰਮ ਨਹੀਂ ਹੈ, ਧਰਮ ਦੇ ਅਨੁਸਾਰ ਨਹੀਂ ਹੈ। ਤਕੜੀ ਬਰਾਬਰ ਨਹੀਂ ਚੱਲ ਰਹੀ, ਕੂੜ ਹੈ ਉਹ। ਆਪ ਸਮਝ ਗਏ, ਬਹੁਤ ਵੱਡੀ ਗੱਲ ਕਹਿ ਗਏ ਹੋ। ਫਿਰ ਜਦੋਂ ਤੁਸੀਂ ਤਕੜੀ ਧਰਮ ਦੀ ਤਕੜੀ ਵਿੱਚ ਵਜਨ ਜੋ ਕੇ ਕੰਮ ਕਰੋਗੇ, ਫਿਰ ਅਗਲੇ ਬੰਨੇ ਕੀ ਆ? ਵੇਖੋ ਨਾਲ ਹੀ ਬਾਣੀ ਉੱਥੇ ਦਲ ਚੁੱਕ ਦਿੰਦੀ ਹੈ ਬੰਦੇ ਨੂੰ। ਕਹਿੰਦੇ ਨਾਨਕ ਸੱਚਾ ਖਰਾ ਸਲਾਹੇ ਪਤ ਸੋ ਜਾਏ, ਪਤ ਸਿਉ ਜਾਈਏ। ਤੇ ਫਿਰ ਕਹਿੰਦੇ ਕੀ ਹੋਊਗਾ? ਕਹਿੰਦੇ ਜਦੋਂ ਧਰਮ ਦੀ ਤਕੜੀ ਚ ਪਾ ਕੇ ਤੂੰ ਕਰਮ ਕਰਨੇ ਸ਼ੁਰੂ ਕਰਤੇ, ਫਿਰ ਤੂੰ ਪਰਮਾਤਮਾ ਦੇ ਘਰ ਪਹੁੰਚ ਜਾਏਗਾ, ਖਰਾ ਹੋ ਜਾਏਗਾ। ਖਰਾ, ਕਿਉਂਕਿ ਉੱਥੇ ਖਰਾ ਹੀ ਜਾ ਸਕਦਾ ਪਰਮਾਤਮਾ ਦੇ ਘਰ, ਉਹ ਦੂਜਾ ਬੰਦਾ ਥੋੜੀ ਜਾ ਸਕਦਾ। ਬਾਣੀ ਫਿਰ ਕਹਿੰਦੀ ਆ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਤੇ ਖੇਤੀ ਛੁੱਟੀ ਨਾਲ। ਬਸ ਇੱਥੇ ਗੱਲ ਕਰੀ। ਇਹ ਦੇਖੋ ਪਤਾ ਕੀ ਆ, ਉਹ ਆਪਾਂ ਗੁਰਦੁਆਰੇ ਮੱਥਾ ਟੇਕਦੇ ਹਾਂ, ਮੰਦਿਰ ਚ ਟੇਕਦੇ ਹਾਂ, ਦਾਨ ਪੁੰਨ ਕਰੀ ਜਾਂਦੇ ਹਾਂ, ਉਹ ਨਹੀਂ ਚਾਹੀਦਾ ਪਰਮਾਤਮਾ ਨੂੰ। ਪਰਮਾਤਮਾ ਪ੍ਰੈਕਟੀਕਲ ਵੇਂਦਾ ਹੈ ਕਿ ਤੇਰਾ ਜੀਵਨ ਕੀ ਹੈ, ਤੂੰ ਕੀ ਕਰ ਰਿਹਾ, ਤੂੰ ਕਿੱਦਾਂ ਦਾ ਇਨਸਾਨ ਹੈ। ਉਹ ਬਹੁਤ ਡੀਪ ਗੱਲ ਹੈ। ਪਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਸਾਨੂੰ ਸਮਝਾ ਦਿੰਦੇ ਲੋਕੀ ਬਈ ਦਾਨ ਕਰ ਦੋ, ਘਰਾਂ ਚ ਗੋਲਕਾਂ ਦੇ ਦਿੰਦੇ, ਲਈ ਚ ਦਾਨ ਪਾਓ, 200, 300, 400 ਰੁਪਇਆ ਮਹੀਨੇ ਦਾ, 1000, 2000, 10,000। ਹੁਣ ਪਤਾ ਨੀ ਕਹਿੰਦੇ ਹਜੂਰ ਸਾਹਿਬ ਪਤਾ ਨੀ ਕਿੰਨੇ ਕਿੰਨੇ ਮੰਜੇ ਚੜ੍ਹ ਛੱਡੇ ਗਏ ਨੇ। ਉਹ ਨਹੀਂ ਚਾਹੀਦਾ ਪਰਮਾਤਮਾ ਨੂੰ ਇਹ ਚੀਜ਼ਾਂ। ਪਰਮਾਤਮਾ ਕਹਿੰਦਾ ਕਿ ਤੇਰਾ ਆਪਣਾ ਜੀਵਨ ਕੀ ਹੈ, ਤੂੰ ਕਿੱਥੇ ਸਟੈਂਡ ਕਰਦਾ ਹੈ, ਤੂੰ ਕਿੱਥੇ ਬੈਠਾ ਹੈ। ਤੂੰ ਕਿਤੇ ਜੰਗਲ ਚ ਤੁਰਿਆ ਜਾ ਰਿਹਾ ਨਾ, ਉੱਥੇ ਵੀ ਤੂੰ ਕਿਸੇ ਪੌਦੇ ਨੂੰ ਘੁੱਟ ਪਾਣੀ ਪਾਤਾ ਨਾ, ਪਰਮਾਤਮਾ ਉਹ ਵੀ ਵੇਂਦਾ ਹੈ। ਤੂੰ ਸਮਾਜ ਨੂੰ ਵੇਖ ਕੇ ਨਾ ਕਰ, ਕਿਉਂਕਿ ਸਮਾਜ ਤੇ ਤੈਨੂੰ ਜੇ ਸਮਾਜ ਨੇ ਤੇਰੇ ਗੱਲ ਚ ਹਾਰ ਪਾਤਾ ਨਾ, ਉਹ ਬਹੁਤ ਪ੍ਰੋਬਲਮ ਹੋਈ ਨੀ ਤੈਨੂੰ। ਫਿਰ ਤੂੰ ਇਹਨਾਂ ਦੀ ਜੀਵਨ ਬਤੀਤ ਕਰੇਗਾ, ਫਿਰ ਸੱਚ ਭੁੱਲ ਜਾ, ਫਿਰ ਸੱਚ ਸੁੱਚ ਨਹੀਂ ਲੱਭਣਾ। ਸੱਚ ਫਿਰ ਬਹੁਤ ਮੁਸ਼ਕਿਲ ਹੋ ਜਾਏਗਾ, ਕਿਉਂਕਿ ਸੰਸਾਰ ਦੇ ਬਾਹਰ ਹੀ ਤੇਰੇ ਐਕਸ਼ਨ ਵੇਂਦਾ ਪਿਆ, ਪਰ ਸੱਚ ਬਾਹਰ ਦੇ ਐਕਸ਼ਨ ਨਹੀਂ ਵੇਂਦਾ। ਉਹ ਕਹਿੰਦਾ ਤੂੰ ਅੰਦਰੋਂ ਕਿੱਦਾਂ ਦਾ, ਤੂੰ ਸੱਚੀ ਇੱਕ ਭਗਤ ਹੈ। ਤੂੰ ਜਿਹੜਾ ਲੰਗਰ ਲਾ ਕੇ ਬੈਠਾ ਹੈ, ਉਹ ਪਤਾ ਹੈ ਇਹਨਾਂ ਨੂੰ ਬੰਗਲਾ ਵੀ ਭਗਤੀ ਚ ਬੈਠਾ ਹੈ, ਉਹ ਵੀ ਸਮਾਧੀ ਲੈਣਾ ਨੇ ਜੈਸਾ ਹਿਲਦਾ ਤਾਂ ਉਹ ਵੀ ਨਹੀਂ ਬਿਲਕੁਲ। ਪਰ ਉਹ ਪਰਮਾਤਮਾ ਨੂੰ ਪਤਾ ਹੈ ਤੂੰ ਬੰਗਲਾ ਹੈ ਜਾਂ ਤੂੰ ਹੰਸ ਹੈ। ਹੰਸ ਵੇਖੋ ਕਿੱਡਾ ਸਿਆਣਾ ਹੈ। ਮੈਂ ਕਹਿੰਦਾ ਕਿ ਹੰਸ ਕੀ ਆ, ਤੁਸੀਂ ਕਿਸੇ ਵੀ ਜਾਨਵਰ ਨੂੰ ਵੇਖੋ, ਉਹਨੂੰ ਕਹਿ ਗਲਤ ਚੀਜ਼ ਖਾ, ਉਹ ਖਾਂਦਾ ਨਹੀਂ ਖਾਂਦਾ। ਹੰਸ ਨੂੰ ਕਹਿ ਨਕਲੀ ਮੋਤੀ ਖਾ ਲੈ, ਉਹ ਕਹਿੰਦਾ ਮੈਂ ਮੂਰਖ ਹਾਂ, ਮੈਨੂੰ ਪਤਾ ਨਕਲੀ ਕੀ ਅਸਲੀ ਕੀ ਹੈ। ਉਹ ਨਕਲੀਆਂ ਦੇ ਵਿੱਚੋਂ ਅਸਲੀ ਕੱਢ ਕੇ ਖਾ ਜਾਏਗਾ, ਮੋਤੀਆਂ ਨੂੰ ਨਕਲੀ ਛੱਡ ਦੇਗਾ। ਪਰ ਸਾਡੇ ਕੋਈ ਇੰਨੀ ਬੁੱਧੀ ਆ, ਅਸੀਂ ਅਸਲੀ ਛੱਡ ਦਿੰਦੇ ਹਾਂ, ਨਕਲੀ ਖਾ ਜਾਂਦੇ ਹਾਂ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਆਹੋ, ਤੇ ਮੁੜ ਕੇ ਰੌਲਾ ਪਾਈ ਜਾਂਦੇ ਆ ਕਿ ਮੇਰੇ ਪਿਤਾ ਮੈਨੂੰ ਕਿੱਥੇ ਫਸਾਤਾ ਈ। ਬਾਣੀ ਤੇ ਕਹਿੰਦੀ ਹੈ ਕਿ ਤੂੰ ਖੁਦ ਫਸਿਆ, ਗਲਤ ਮੋਤੀ ਖਾ ਰਿਹਾ ਵਾ, ਹੁਣ ਵੀ ਬਦਲ ਜਾ। ਬਿਲਕੁਲ ਸਹੀ ਹੈ। ਪਰ ਕਹਿੰਦੇ ਕਰੋੜਾਂ ਚ ਇੱਕ ਤੁਰਦਾ ਹੈ, ਸਾਰੇ ਨਹੀਂ ਤੁਰ ਸਕਦੇ, ਕਿਉਂਕਿ ਮੋਹ ਬਹੁਤ ਹੈ, ਮਾਇਆ ਬਹੁਤ ਮਿੱਠੀ ਹੈ। ਫਿਰ ਬਾਣੀ ਕਹਿੰਦੀ ਆ ਮਾਇਆ ਮੋਹਣੀ, ਮਾਇਆ ਮਮਤਾ, ਮਾਇਆ ਮਮਤਾ ਮੋਹਣੀ। ਹਾਂਜੀ, ਮਾਇਆ ਮਮਤਾ ਮੋਹਣੀ ਬਿਨ ਦੰਤਾਂ ਜਗ ਖਾਇਆ। ਕਹਿੰਦੇ ਦੰਦ ਨੀ ਹੈਗੇ ਇਹਦੇ, ਏਦਾਂ ਹੀ ਖਾ ਜਾਂਦੀ ਬੰਦੇ ਨੂੰ, ਇੱਕ ਨੀ ਕਰੋੜਾਂ ਦੇ ਕਰੋੜਾਂ ਖਾ ਜਾਂਦੀ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਬਸ ਵੀਰ ਜੀ ਬਹੁਤ ਵਧੀਆ ਜੀ, ਬਿਲਕੁਲ ਸਹੀ। ਠੀਕ ਹੈ ਜੀ, ਵੈਰੀ ਵੈਰੀ ਸੌਰੀ, ਮੈਂ ਅੱਜ ਬੋਲਣਾ ਕੰਟੀਨਿਊ ਰੱਖਿਆ ਤੇ ਮੈਂ ਨਹੀਂ ਕੀਤਾ ਸੀਗਾ ਜੀ ਕਿ ਮੈਂ ਸ਼ਾਇਦ ਵੀ ਤੁਸੀਂ ਅੱਜ ਨਹੀਂ ਆਉਣਾ ਹੋਊਗਾ। ਨਹੀਂ ਉਹਨੇ ਧਿਆਨ ਨਹੀਂ ਕੀਤਾ ਜੀ। ਨਹੀਂ ਗਿੱਲ ਸਾਹਿਬ, ਜੋ ਹੁੰਦਾ ਬਿਲਕੁਲ ਸਹੀ ਹੁੰਦਾ। ਅੱਜ ਗਲਾ ਮੇਰਾ ਵੀ ਥੱਕਿਆ ਹੋਇਆ ਹੈ। ਕੋਈ ਗੱਲ ਨਹੀਂ, ਥੈਂਕ ਯੂ ਜੀ, ਧੰਨਵਾਦ। ਖੁਸ਼ ਰਿਹਾ ਕਰੋ, ਆਪਾਂ ਘਰ ਦੇ ਬੰਦੇ, ਆਪਾਂ ਇੱਥੇ ਕਿਹੜੇ ਬਾਹਰ ਦੇ ਆ, ਇੱਥੇ ਕੋਈ ਚੱਕਰ ਨਹੀਂ। ਠੀਕ ਹੈ ਜੀ, ਕੋਈ ਮੇਰੇ ਕੋਲ ਕਰਿਓ ਜੀ ਮੇਰੇ। ਹਾਂਜੀ ਬੋਲੋ ਕੀਤੀ ਤੁਹਾਡੀ। ਹਾਂ ਸਿਮਰ, ਹਾਂਜੀ ਸਿਮਰਨ ਜੀ, ਤੁਹਾਡੀ ਅਰਦਾਸ ਕੀਤੀ ਤੇ ਹੈ ਕੇਸ ਦੀ। ਹਾਂਜੀ, ਅੱਜ ਇੱਕ ਹੋਰ ਪ੍ਰੋਬਲਮ ਆ। ਹਾਂਜੀ ਹਾਂ, ਉਹ ਤਾਂ ਹੋ ਗਈ। ਹਾਂਜੀ ਇੱਕ ਅੱਜ ਮੇਰੇ ਹੋਰ ਪਰੇਸ਼ਾਨੀ ਬਹੁਤ ਆ ਗਈ ਜੀ, ਉਹਦੇ ਲਈ ਕਰੋ, ਗੁਰੂ ਮਹਾਰਾਜ ਜਾਣਦੇ ਨੇ। ਠੀਕ ਹੈ ਜੀ, ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ
ਪ੍ਰਵਾਨ ਕਰਨੀ, ਦੇ ਨਿਰੋਗਤਾ ਤੰਦਰੁਸਤੀ ਬਖਸ਼ਣੀ, ਸਮੱਤ ਬਖਸ਼ਣੀ, ਨਾਮਦਨ ਬਖਸ਼ਣਾ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇਹਨਾਂ ਦੀ ਅਰਦਾਸ ਆਪ ਆਪਣੇ ਚਰਨਾਂ 'ਚ ਕਬੂਲ ਕਰੋ। ਸ਼ੁਭ ਇਛਾਵਾਂ ਦੀ ਪੂਰਤੀ ਕਰੋ ਮੇਰੇ ਮਾਲਿਕ, ਜੋ ਰੁਕਾਵਟਾਂ ਹਨ ਦੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।